Welcome back to lecture Objective Question Part 3। ਬੇਟਾ ਪਿਛਲੇ ਜਿਹੜੇ 2 ਲੈਕਚਰ ਸੀ ਉਹਦੇ ਵਿੱਚ ਅਸੀਂ ਇਲੈਕਟ੍ਰਿਕ ਫੀਲਡ, ਇਲੈਕਟ੍ਰਿਕ ਫੋਰਸ, ਇਲੈਕਟ੍ਰਿਕ ਲਾਈਨਸ ਆਫ ਫੋਰਸ, ਟਾਰਕ, ਐਕਟਿੰਗ ਔਨ ਡਾਈਪੋਲ, ਬੇਟਾ ਉਹ ਕੁਐਸਚਨ ਅਸੀਂ ਡਿਸਕਸ ਕੀਤੇ। ਇਸ ਬੇਟਾ ਪਾਰਟ 3 ਦੇ ਵਿੱਚ ਅਸੀਂ ਉਹ ਮਲਟੀਪਲ ਕੁਐਸਚਨ ਬੇਟਾ ਡਿਸਕਸ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਬੇਟਾ ਮੋਰ ਦੈਨ 1 ਕਰੈਕਟ ਆਪਸ਼ਨ ਹੈ। ਸਾਡੇ ਕੋਲ ਬੇਟਾ 4 ਆਪਸ਼ਨਸ ਹੋਣਗੀਆਂ A, B, C, D। ਇਹਨਾਂ 4 ਆਪਸ਼ਨ ਦੇ ਵਿੱਚ ਹੋ ਸਕਦਾ 2 ਆਪਸ਼ਨ ਸਹੀ ਹੋਣ, 3 ਹੋਣ, ਜਾਂ ਬੇਟਾ 4 ਦੀ 4 ਆਪਸ਼ਨ ਜਿਹੜੀਆਂ ਉਹ ਸਹੀ ਹੋ ਸਕਦੀਆਂ। ਆਓ ਅਸੀਂ ਪਹਿਲੀ ਪ੍ਰੋਬਲਮ ਦੇਖਦੇ ਹਾਂ। A few electric field lines for system of 2 charges Q1 and Q2 fixed at 2 different points on x-axis are shown in figure. These lines suggest that ਬੇਟਾ ਤੁਹਾਡੇ ਕੋਲ ਸਾਹਮਣੇ ਇਹ ਡਾਇਗਰਾਮ ਹੈ। ਇਸ ਡਾਇਗਰਾਮ ਦੇ ਵਿੱਚ ਬੇਟਾ ਤੁਹਾਡੇ ਕੋਲ 2 ਚਾਰਜਸ ਨੇ, ਇੱਕ Q1 ਇੱਕ Q2। ਇਹ ਦੋਨੋਂ ਚਾਰਜਸ ਜਿਹੜੇ ਨੇ ਅਸੀਂ x ਐਕਸਿਸ ਉੱਪਰ ਰੱਖੇ ਹੋਏ ਆ। ਜਿਹੜਾ ਬੇਟਾ ਚਾਰਜ Q1 ਹੈ, ਇੱਥੋਂ ਦੇਖੋ ਬੇਟਾ ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਜਿਹੜੀਆਂ ਨੇ ਬਾਹਰ ਨੂੰ ਨਿਕਲਦੀ ਪਈਆਂ। ਇਹਦਾ ਮਤਲਬ ਜਿਹੜਾ ਚਾਰਜ ਇਲੈਕਟ੍ਰਿਕ ਲਾਈਨਸ ਆਫ ਫੋਰਸ ਬੇਟਾ ਅਮਿਟ ਕਰਦਾ ਹੈ ਆਊਟਵਰਡ, ਉਹ ਚਾਰਜ ਦਾ ਬੇਟਾ ਜਿਹੜਾ ਸਾਈਨ ਹੈ ਉਹ ਤੇ ਪੋਜ਼ਿਟਿਵ ਹੋ ਗਿਆ। ਇਹ ਇਲੈਕਟ੍ਰਿਕ ਲਾਈਨਸ ਆਫ ਫੋਰਸ ਬੇਟਾ ਇਸ ਚਾਰਜ Q1 ਤੋਂ ਨਿਕਲ ਕੇ ਇਹ ਦੂਸਰੇ ਚਾਰਜ ਵੱਲ ਬੇਟਾ ਜਾ ਰਹੀਆਂ। ਦੇਖੋ ਇਹਦਾ ਮਤਲਬ ਜਿਹੜਾ ਸੈਕੰਡ ਚਾਰਜ ਹੈ ਉਹ ਨੈਗੇਟਿਵ ਹੋ ਗਿਆ, ਕਿਉਂਕਿ ਇਲੈਕਟ੍ਰਿਕ ਲਾਈਨਸ ਆਫ ਫੋਰਸ ਸਟਾਰਟ ਫਰੋਮ ਪੋਜ਼ਿਟਿਵ ਚਾਰਜ ਐਂਡ ਐਂਡ ਔਨ ਨੈਗੇਟਿਵ ਚਾਰਜ। ਹਾਂਜੀ ਬੇਟਾ ਕਲੀਅਰ। ਹੁਣ ਸਾਈਨ ਤੋਂ ਬਾਅਦ ਅਸੀਂ ਦੇਖਣਾ ਹੈ ਇਹਦੇ ਵਿੱਚ ਬੇਟਾ ਦੇਖੋ ਪਹਿਲੀ ਆਪਸ਼ਨ ਹੈ Q1 ਦਾ ਮੈਗਨੀਟਿਊਡ ਕੀ ਗ੍ਰੇਟਰ ਹੈ Q2 ਦੇ ਨਾਲੋਂ, ਕਿ Q1 ਦਾ ਮੈਗਨੀਟਿਊਡ Q2 ਨਾਲੋਂ ਘੱਟ ਹੈ। ਇਹਨਾਂ ਵਿੱਚੋਂ ਕਿਹੜਾ ਚਾਰਜ ਕਹਿਣ ਦਾ ਮਤਲਬ ਹੈ ਬੇਟਾ ਉਹ ਵੱਡਾ ਹੈ। ਆਓ ਪਹਿਲਾਂ ਇਹਨਾਂ ਨੂੰ ਚੈੱਕ ਕਰਦੇ ਹਾਂ ਦੋਨੋਂ ਆਪਸ਼ਨ ਨੂੰ, ਕਿ ਕਿਹੜਾ ਚਾਰਜ ਬੇਟਾ ਇਹਨਾਂ ਦੋਨਾਂ 'ਚੋਂ ਵੱਡਾ ਹੈ, ਕਿਹੜਾ ਛੋਟਾ ਹੈ, ਜਾਂ ਦੋਨੋਂ ਬਰਾਬਰ ਹੈ। ਬੇਟਾ ਸਾਨੂੰ ਪਤਾ ਕਿ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਉਹਦਾ ਜਿਹੜਾ ਮੈਗਨੀਟਿਊਡ ਹੈ ਇਜ਼ ਗਿਵਨ ਬਾਏ 4 ਪਾਈ ਐਪਸਾਈਲੋਨ ਨੋਟ। ਸਾਡੇ ਕੋਲ ਆ ਗਿਆ ਬੇਟਾ Q ਡਿਵਾਈਡਡ ਬਾਏ R ਸਕੁਏਅਰ। ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਜਿਹੜੀ ਹੈ ਉਹ ਬੇਟਾ ਚਾਰਜ ਦੇ ਮੈਗਨੀਟਿਊਡ ਦੇ ਬੇਟਾ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ। E ਪ੍ਰਪੋਰਸ਼ਨਲ ਟੂ Q। ਬੇਟਾ ਪਹਿਲਾਂ ਯਾਦ ਰੱਖੋ, ਡਿਸਟੈਂਸ ਬਾਰੇ ਅਸੀਂ ਬਾਅਦ ਚੋਂ ਡਿਸਕਸ ਕਰਦੇ ਹਾਂ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਮੈਗਨੀਟਿਊਡ ਆਫ ਚਾਰਜ। ਹੁਣ ਬੇਟਾ ਜੇ ਇਸ ਚਾਰਜ ਨੂੰ ਦੇਖਦੇ ਹਾਂ, ਪਹਿਲਾਂ ਅਸੀਂ Q1 ਨੂੰ ਦੇਖੀਏ। ਇਹਦੇ ਵਿੱਚੋਂ ਬੇਟਾ ਦੇਖੋ ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਜਿਹੜੀ ਨਿਕਲਦੇ ਪਈਆਂ, ਦੇਖੋ ਇਹਨਾਂ ਦੀ ਗਿਣਤੀ ਕਰਕੇ ਦੇਖੋ। ਪਹਿਲਾਂ ਇੱਕ ਆ ਗਈ 1 2 3 4 5 6 ਬੇਟਾ 6 ਤੇ ਇੱਧਰੋਂ ਹੋਰ ਆ ਰਹੀਆਂ 7 8 9 10 11 12 13। ਇਹਦੇ ਵਿੱਚੋਂ ਟੋਟਲ ਜਿਹੜੀ ਡਾਇਗਰਾਮ 'ਚ ਸ਼ੋਅ ਕੀਤੀਆਂ ਬੇਟਾ ਦੇਖੋ 13 ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਜਿਹੜੀਆਂ ਨੇ ਉਹ ਨਿਕਲ ਕੇ ਦੂਜੇ ਚਾਰਜ ਵੱਲ ਜਾ ਰਹੀਆਂ। ਲੇਕਿਨ ਦੂਸਰੇ ਚਾਰਜ 'ਤੇ ਜਾ ਕੇ ਦੇਖਦੇ ਹਾਂ ਬੇਟਾ ਕਿੰਨੀਆਂ ਪਹੁੰਚੀਆਂ। ਉੱਥੇ ਆ ਰਹੀਆਂ ਬੇਟਾ 1 2 3 4 5 6 7 8 9 ਬੇਟਾ, ਬਾਕੀ ਟੋਟਲ ਇੱਥੇ ਨਹੀਂ ਪਹੁੰਚ ਰਹੀਆਂ। ਇਹਦਾ ਮਤਲਬ ਕੀ ਹੋਇਆ ਕਿ ਇੱਥੋਂ ਇਲੈਕਟ੍ਰਿਕ ਲਾਈਨਸ ਆਫ ਫੋਰਸਿਸ ਦੀ ਗਿਣਤੀ ਜ਼ਿਆਦਾ ਹੈ, ਇਹਦੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਬੇਟਾ ਜ਼ਿਆਦਾ ਹੈ, ਅਤੇ ਇੱਥੇ ਦੇਖੋ ਬੇਟਾ ਗੈਪ ਵੀ ਜ਼ਿਆਦਾ ਹੈ। ਇਹ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਜਿਹੜੀ ਇੱਥੇ ਘੱਟ ਹੈ। ਇਹਦਾ ਮਤਲਬ ਦੋਨਾਂ ਵਿੱਚੋਂ ਬੇਟਾ ਜਿਹੜਾ ਚਾਰਜ ਕਿਹੜਾ ਵੱਡਾ ਹੋਇਆ, Q1 ਵਿਲ ਬੀ ਗ੍ਰੇਟਰ ਦੈਨ Q2। ਅਤੇ ਬੇਟਾ ਇਹਦਾ ਫਸਟ ਆਪਸ਼ਨ ਜਿਹੜੀ ਹੈ Q1 ਦਾ ਮੈਗਨੀਟਿਊਡ ਉਹ ਗ੍ਰੇਟਰ ਹੋਏਗਾ Q2 ਨਾਲੋਂ। ਦੂਸਰਾ ਤੇ ਬੇਟਾ ਆਪਸ਼ਨ ਜਿਹੜੀ ਹੈ ਉਹ ਤੇ ਗਲਤ ਹੋ ਗਈ। ਹਾਂਜੀ ਬੇਟਾ ਕਲੀਅਰ। ਜਿੱਥੇ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਜ਼ਿਆਦਾ ਹੈ ਉੱਥੇ ਕਰਾਊਡਿੰਗ ਵੀ ਜਿਹੜੀ ਹੁੰਦੀ ਹੈ ਬੇਟਾ ਇਲੈਕਟ੍ਰਿਕ ਲਾਈਨ ਫੋਰਸ ਦੀ ਜ਼ਿਆਦਾ ਹੈ। ਇੱਥੇ ਦੇਖੋ ਬੇਟਾ ਕਰਾਊਡਿੰਗ ਜ਼ਿਆਦਾ ਹੈ, ਲਾਗੇ ਲਾਗੇ ਹੈ। ਇੱਥੇ ਬੇਟਾ ਵਿਰਲੀਆਂ ਹੋ ਗਿਆ ਦੂਰ। ਇੱਥੇ ਜਿਹੜਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਆਪਣਾ ਵੀਕ ਹੈ। ਇਹਦਾ ਮਤਲਬ ਆਹ ਚਾਰਜ ਦਾ ਮੈਗਨੀਟਿਊਡ ਘੱਟ ਹੋਏਗਾ। ਇਸ ਤੋਂ ਬਾਅਦ ਬੇਟਾ ਥੱਲੇ 2 ਆਪਸ਼ਨ ਬੇਟਾ ਸਾਡੇ ਕੋਲ ਹੋਰ ਹੈ, ਇਹਨਾਂ ਨੂੰ ਵੀ ਸਾਨੂੰ ਚੈੱਕ ਕਰਨਾ ਪਏਗਾ। ਇੱਕ ਆਪਸ਼ਨ ਉਹ ਕਹਿ ਰਿਹਾ at a finite distance to the left of Q1
ਇਲੈਕਟ੍ਰਿਕ ਫੀਲਡ ਇਜ਼ ਜ਼ੀਰੋ। Q1 ਦੇ ਬੇਟਾ ਲੈਫਟ ਵਾਲੇ ਪਾਸੇ ਕਹਿੰਦਾ ਇਲੈਕਟ੍ਰਿਕ ਫੀਲਡ ਜ਼ੀਰੋ ਹੈ, ਜਾਂ Q2 ਦੇ ਰਾਈਟ ਵਾਲੇ ਪਾਸੇ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਸਾਡਾ ਹੈ ਉਹ ਜ਼ੀਰੋ। ਇਹਨਾਂ ਦੋਨਾਂ ਨੂੰ ਵੀ ਆਪਾਂ ਬੇਟਾ ਚੈੱਕ ਕਰਦੇ ਹਾਂ। ਆਓ ਇਹਨੂੰ ਕਰਦੇ ਹਾਂ ਅਸੀਂ। ਬੇਟਾ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਮੰਨ ਲਓ ਸਾਡੇ ਕੋਲ ਦੋ ਚਾਰਜਿਸ ਨੇ, ਇੱਕ ਬੇਟਾ Q1, ਦੂਸਰਾ ਚਾਰਜ ਬੇਟਾ ਸਾਡੇ ਕੋਲ ਹੈਗਾ Q2। ਜੇ ਇਹਨਾਂ ਦੋਨਾਂ ਚਾਰਜਿਸ ਦੇ ਬੇਟਾ ਜਿਹੜੇ ਸਾਈਨ ਸੇਮ ਨੇ, ਮੰਨ ਲਓ ਇਹ ਪੋਜ਼ਿਟਿਵ ਹੈ ਬੇਟਾ, ਆ ਵੀ ਪੋਜ਼ਿਟਿਵ ਹੈ, ਤੇ ਬੇਟਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿਸ ਪੁਆਇੰਟ ਦੇ ਉੱਪਰ ਬੇਟਾ ਜ਼ੀਰੋ ਹੋਏਗੀ, ਉਹ ਅਸੀਂ ਚੈੱਕ ਕਰਨਾ ਚਾਹੁੰਦੇ ਹਾਂ। ਅਸੀਂ ਬੇਟਾ ਇੱਥੇ 3 ਪੁਆਇੰਟ ਮਾਰਕ ਕਰ ਲੈਂਦੇ ਹਾਂ। ਇੱਕ P ਪੁਆਇੰਟ ਮਾਰਕ ਕਰ ਲੈਂਦੇ ਬੇਟਾ, ਇੱਕ ਇੱਥੇ ਵਿਚਕਾਰ ਕਿਤੇ ਨਾ ਕਿਤੇ ਬੇਟਾ ਅਸੀਂ ਪੁਆਇੰਟ ਮਾਰਕ ਕਰ ਦਿੰਦੇ ਹਾਂ Q, ਤੇ ਬੇਟਾ ਇੱਕ ਪੁਆਇੰਟ ਅਸੀਂ ਲਾਈਨ ਜੁਆਇਨਿੰਗ ਜਿਹੜੀ ਹੈ ਇਹਨਾਂ ਨੂੰ ਥੋੜਾ ਪ੍ਰੋਡਿਊਸ ਕਰ ਲਿਆ। ਇੱਥੇ ਪੁਆਇੰਟ ਬੇਟਾ ਅਸੀਂ ਕੋਈ ਨਾ ਕੋਈ ਲੈ ਲਿਆ R। ਅਸੀਂ ਦੇਖਣਾ ਹੈ ਕਿ ਦੋ ਚਾਰਜਿਸ ਨੇ, ਦੋਨਾਂ ਦਾ ਚਾਰਜਿਸ ਦਾ ਬੇਟਾ ਜਿਹੜਾ ਹੈ ਸਾਈਨ ਸੇਮ ਹੈ, ਪੋਜ਼ਿਟਿਵ ਪੋਜ਼ਿਟਿਵ। ਅਸੀਂ ਲੱਭਣਾ ਹੈ ਕਿ ਕਿਹੜਾ ਪੁਆਇੰਟ ਹੈ ਜਿੱਥੇ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਜਿਹੜੀ ਹੈ ਉਹ ਜ਼ੀਰੋ ਹੋਏਗੀ। ਬੇਟਾ ਜੇ ਅਸੀਂ ਚੈੱਕ ਕਰੀਏ ਪਹਿਲਾਂ P ਪੁਆਇੰਟ ਵਾਸਤੇ, ਬੇਟਾ ਚਾਰਜ Q1 ਪੋਜ਼ਿਟਿਵ ਹੈ, ਇਹਦਾ ਇਲੈਕਟ੍ਰਿਕ ਫੀਲਡ ਜਿਹੜਾ ਹੋਏਗਾ ਬੇਟਾ ਰੇਡੀਅਲੀ ਆਊਟਵਰਡ ਹੋਏਗਾ। ਇਹਦਾ ਮਤਲਬ ਇੱਥੇ ਜੇ ਇਲੈਕਟ੍ਰਿਕ ਫੀਲਡ ਦੀ ਗੱਲ ਕਰੀਏ, ਇਹਦਾ ਇਲੈਕਟ੍ਰਿਕ ਫੀਲਡ ਬੇਟਾ ਰੇਡੀਅਲੀ ਆਊਟਵਰਡ ਅਲੋਂਗ ਦਿਸ ਸਾਈਡ। ਹੁਣ ਬੇਟਾ ਇਸੇ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ Q2 ਵੀ ਲਗਾਏਗਾ, ਕਿਉਂਕਿ ਦੋ ਚਾਰਜਿਸ ਨੇ, ਆਪਾਂ ਨੂੰ ਰਿਜ਼ਲਟੈਂਟ ਲੱਭਣਾ ਪਏਗਾ। ਇਹ ਵੀ ਬੇਟਾ ਪੋਜ਼ਿਟਿਵ ਹੈ, ਇਹਦਾ ਮਤਲਬ ਇਹਦਾ ਇਲੈਕਟ੍ਰਿਕ ਫੀਲਡ ਵੀ ਬੇਟਾ ਰੇਡੀਅਲੀ ਜਿਹੜਾ ਇਸ ਪੁਆਇੰਟ ਤੇ ਆਏਗਾ ਆਊਟਵਰਡ ਆਏਗਾ। ਬੇਟਾ ਇਹ ਦੋਨੋਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਸੇਮ ਹੋਣ ਕਰਕੇ ਸਾਨੂੰ ਬੇਟਾ ਦੋਨੋਂ ਇਲੈਕਟ੍ਰਿਕ ਫੀਲਡ ਨੂੰ ਐਡ ਕਰਨਾ ਪਏਗਾ, ਤੇ ਬੇਟਾ ਇਸ ਕਰਕੇ ਜੇ ਐਡ ਹੀ ਕਰਨਾ ਹੈ ਤੇ ਇੱਥੇ ਇਲੈਕਟ੍ਰਿਕ ਫੀਲਡ ਦੀ ਜਿਹੜੀ ਇੰਟੈਂਸਿਟੀ ਹੈ ਉਹ ਬੇਟਾ ਜ਼ੀਰੋ ਨਹੀਂ ਆਏਗੀ, ਕਿਉਂਕਿ ਸੇਮ ਡਾਇਰੈਕਸ਼ਨ 'ਚ ਹੈ ਫੀਲਡ ਬੇਟਾ, ਉਹ ਤੇ ਐਡ ਹੋ ਗਏ। ਨਾਓ ਇਫ ਵੀ ਚੈੱਕ ਫॉर दैट ਪੁਆਇੰਟ, ਬੇਟਾ ਸੇਮ ਕੇਸ, ਇੱਥੇ ਇਲੈਕਟ੍ਰਿਕ ਫੀਲਡ ਬੇਟਾ Q2 ਵੀ ਲਗਾਏਗਾ, ਤੇ ਪੋਜ਼ਿਟਿਵ ਚਾਰਜ ਹੈ, ਤੇ ਪੋਜ਼ਿਟਿਵ ਚਾਰਜ ਦਾ ਫੀਲਡ ਬੇਟਾ ਰੇਡੀਅਲੀ ਆਊਟਵਰਡ। ਇਸ ਪੁਆਇੰਟ ਦੇ ਉੱਪਰ ਬੇਟਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ Q1 ਵੀ ਲਗਾਏਗਾ, ਤੇ ਬੇਟਾ Q1 ਵੀ ਪੋਜ਼ਿਟਿਵ ਹੈ, ਉਹਦਾ ਇਲੈਕਟ੍ਰਿਕ ਫੀਲਡ ਬੇਟਾ ਸੇਮ ਡਾਇਰੈਕਸ਼ਨ 'ਚ ਆਏਗਾ, ਤੇ ਬੇਟਾ ਦੋਨਾਂ ਨੂੰ ਐਡ ਹੀ ਕਰੋਗੇ ਤੇ ਇਹਦਾ ਮਤਲਬ ਟੋਟਲ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਬੇਟਾ ਇਜ਼ ਨਾਟ ਇਕੁਅਲ ਟੂ ਜ਼ੀਰੋ। ਨਾ ਤੇ ਬੇਟਾ Q1 ਦੇ ਲੈਫਟ ਸਾਈਡ ਤੇ ਇਲੈਕਟ੍ਰਿਕ ਫੀਲਡ ਜ਼ੀਰੋ ਹੋਇਆ, ਨਾ ਬੇਟਾ Q2 ਦੇ ਰਾਈਟ ਸਾਈਡ ਤੇ ਇਲੈਕਟ੍ਰਿਕ ਫੀਲਡ ਜ਼ੀਰੋ ਹੋਇਆ। ਬੇਟਾ ਆ ਮੈਂ ਕੇਸ ਕਰ ਰਿਹਾ ਦੋਨਾਂ ਚਾਰਜਿਸ ਦੇ ਜਿਹੜੇ ਮੈਗਨੀਟਿਊਡ ਨੇ ਬੇਟਾ ਉਹ ਸਾਈਨ ਜਿਹੜੇ ਨੇ ਉਹ ਸੇਮ ਨੇ। ਨਾਓ ਤੀਸਰਾ ਪੁਆਇੰਟ ਬੇਟਾ ਇੱਕ ਹੋਰ ਲਿਆ ਸੀ Q ਇਟ ਇਜ਼ ਅ ਪੁਆਇੰਟ, ਸਪੋਜ਼ ਦਿਸ ਇਜ਼ S ਪੁਆਇੰਟ ਕਹਿ ਦਿੰਦੇ ਕਿਉਂਕਿ ਬੇਟਾ ਚਾਰਜਿਸ ਨੇ। ਚਲੋ Q ਪੁਆਇੰਟ, ਇੱਥੇ ਅਸੀਂ ਬੇਟਾ ਚੈੱਕ ਕਰਨਾ, ਇਹ ਦੋ ਚਾਰਜਿਸ ਨੇ ਬੇਟਾ, ਆ ਪੁਆਇੰਟ ਹੈ। ਹੁਣ ਇਸ ਪੁਆਇੰਟ ਦੇ ਉੱਪਰ ਬੇਟਾ Q1 ਜਿਹੜਾ ਫੀਲਡ ਲਗਾਏਗਾ ਬੇਟਾ ਉਹ ਰੇਡੀਅਲੀ ਬੇਟਾ ਆਊਟਵਰਡ ਹੋਏਗਾ, ਲਾਈਕ ਦਿਸ ਸਾਈਡ। ਇਸੇ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਬੇਟਾ Q2 ਵੀ ਲਗਾਏਗਾ, ਉਹਦਾ ਵੀ ਬੇਟਾ ਰੇਡੀਅਲੀ ਆਊਟਵਰਡ ਹੋਏਗਾ। ਇਹਦਾ ਮਤਲਬ ਬੇਟਾ ਇੱਥੇ ਜਿਹੜੇ ਦੋ ਇਲੈਕਟ੍ਰਿਕ ਫੀਲਡ ਆਉਣਗੇ ਉਹਨਾਂ ਦੀ ਡਾਇਰੈਕਸ਼ਨ ਬੇਟਾ ਓਪੋਜਿਟ ਹੋਏਗੀ। ਜੇ ਬੇਟਾ ਜੇ ਡਾਇਰੈਕਸ਼ਨ ਓਪੋਜਿਟ ਹੈ ਤੇ ਸਾਨੂੰ ਬੇਟਾ ਟੋਟਲ ਰਿਜ਼ਲਟੈਂਟ ਜਿਹੜਾ ਫੀਲਡ ਨਿਕਾਲਣ ਵਾਸਤੇ, ਰਿਜ਼ਲਟੈਂਟ ਬੇਟਾ ਜਿਹੜਾ ਅਸੀਂ ਫੀਲਡ ਨਿਕਾਲਣਾ ਹੈ, ਸਾਨੂੰ ਬੇਟਾ ਦੋਨਾਂ ਨੂੰ ਸਬਟਰੈਕਟ ਕਰਨਾ ਪਏਗਾ। ਹਾਂਜੀ ਕਲੀਅਰ, ਦੋਨਾਂ ਨੂੰ ਮਾਈਨਸ ਕਰਨਾ ਪਏਗਾ। ਇਹਦਾ ਮਤਲਬ ਹੈ ਜੇ ਮਾਈਨਸ ਕਰਾਂਗੇ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਬੇਟਾ ਸਾਡਾ ਜਿਹੜਾ ਰਿਜ਼ਲਟ ਹੈ ਜ਼ੀਰੋ ਹੋ ਸਕਦਾ ਹੈ। ਪਰ ਹੁਣ ਆਪਾਂ ਨੂੰ ਬੇਟਾ ਦੇਖਣਾ ਪਏਗਾ ਕਿ ਉਹ ਪੁਆਇੰਟ ਜਿਹੜਾ Q ਹੈ ਉਹ Q1 ਦੇ ਨੀਅਰ ਹੋਏਗਾ। ਇੰਨਾ ਪਤਾ ਲੱਗ ਗਿਆ ਬੇਟਾ ਕਿ ਇਹ ਜਿਹੜਾ ਪੁਆਇੰਟ ਹੈ ਜ਼ੀਰੋ ਇਲੈਕਟ੍ਰਿਕ ਫੀਲਡ ਵਾਲਾ ਹੋ ਸਕਦਾ ਹੈ ਪੁਆਇੰਟ। ਉਹ ਕਿੱਥੇ ਹੋ ਸਕਦਾ ਹੈ? ਦੋਨਾਂ ਚਾਰਜਿਸ ਦੇ ਇਨ ਬਿਟਵੀਨ ਹੋ ਸਕਦਾ ਹੈ, ਕਿਉਂਕਿ ਬੇਟਾ ਇੱਕ ਦਾ ਫੀਲਡ ਇਸ ਸਾਈਡ ਤੇ ਆਏਗਾ, ਦੂਸਰੇ ਦਾ ਫੀਲਡ ਓਪੋਜਿਟ ਆਏਗਾ, ਸਾਨੂੰ ਮਾਈਨਸ ਕਰਨਾ ਪਏਗਾ। ਨਾਓ ਇਹਨਾਂ ਤੇ ਪਤਾ ਬੇਟਾ ਹੋ ਗਿਆ ਕਲੀਅਰ, ਜ਼ੀਰੋ ਹੋ ਸਕਦਾ ਹੈ। ਨਾਓ ਇੱਕ ਕੇਸ ਹੋਰ ਹੈ, ਸਪੋਜ਼ ਇਹ ਬੇਟਾ ਦੋਨੋਂ ਜਿਹੜੇ ਚਾਰਜਿਸ ਨੇ ਜਿਹੜੇ ਉਹਨਾਂ ਦਾ ਬੇਟਾ ਮੈਗਨੀਟਿਊਡ ਸੇਮ ਹੈ, ਦੋਨਾਂ ਚਾਰਜਿਸ ਦਾ ਮੈਗਨੀਟਿਊਡ ਸੇਮ ਹੈ। ਜੇ ਆ ਵੀ ਸਾਡੇ ਕੋਲ ਮੰਨ ਲਓ Q ਹੈ ਬੇਟਾ, ਆ ਵੀ Q ਹੈ, ਸੇਮ ਚਾਰਜਿਸ ਨੇ, ਸਮਾਲ q ਪਾ ਲੈਂਦੇ ਆ, ਸੇਮ ਚਾਰਜ। ਦੋਨੋਂ ਚਾਰਜਿਸ ਦੇ ਬੇਟਾ ਜਿਹੜੇ ਮੈਗਨੀਟਿਊਡ ਨੇ ਸਾਡੇ ਕੋਲ ਸੇਮ ਨੇ।
ਇਹ ਵੀ ਬੇਟਾ Q ਹੈ, ਦੂਸਰਾ ਚਾਰਜ ਵੀ ਸਾਡੇ ਕੋਲ Q ਹੈ। ਦੈਨ ਇਲੈਕਟ੍ਰਿਕ ਫੀਲਡ ਬੇਟਾ ਸਾਨੂੰ ਪਤਾ ਹੈ ਕਿ ਜਿਹੜਾ ਹੈ ਇਕੁਅਲ ਟੂ 1/4 ਪਾਈ ਐਪਸਾਈਲੋਨ ਨੋਟ Q upon r ਸਕੁਅਰ। ਇਲੈਕਟ੍ਰਿਕ ਫੀਲਡ ਚਾਰਜ ਦੇ ਮੈਗਨੀਟਿਊਡ ਤੇ ਡਿਪੈਂਡ ਕਰਦਾ ਹੈ। ਦੋਨਾਂ ਦਾ ਬੇਟਾ ਮੈਗਨੀਟਿਊਡ ਸੇਮ ਹੈ। ਇਹਦਾ ਮਤਲਬ ਹੈ ਕਿ ਜਿੰਨਾ ਇਲੈਕਟ੍ਰਿਕ ਫੀਲਡ ਇਸ ਚਾਰਜ ਕਰਕੇ ਆਏਗਾ ਬੇਟਾ ਓਨਾ ਹੀ ਦੂਜੇ ਕਰਕੇ ਆਏਗਾ, ਕਿਉਂਕਿ हम ਹਲੇ ਚਾਰਜ ਦੀ ਗੱਲ ਕਰ ਰਹੇ ਹਾਂ। ਦੂਸਰਾ ਫੈਕਟਰ ਆਉਂਦਾ ਬੇਟਾ ਥੱਲੇ ਕਿ ਇਲੈਕਟ੍ਰਿਕ ਫੀਲਡ ਜਿਹੜਾ ਹੈ ਡਿਸਟੈਂਸ ਦੇ ਸਕੁਅਰ ਦੇ ਇਨਵਰਸਲੀ ਵੀ ਹੁੰਦਾ ਹੈ। ਹਾਂਜੀ ਬੇਟਾ ਕਲੀਅਰ। ਤੇ ਜੇ ਅਸੀਂ ਇਹ ਪੁਆਇੰਟ ਬਿਲਕੁਲ ਬੇਟਾ ਸੈਂਟਰ ਤੇ ਲੈ ਜਾਈਏ, मैं डायग्राम बेटा जी दोबारा बनाना है। मान लो कि आ चार्ज है Q, दूसरा चार्ज भी बेटा सेम मैगनीट्यूड का है Q, तो पूछा जाए कि इलैक्ट्रिक फील्ड बेटा कित्थे जीरो होएगा, तो बेटा वो जो साडा पॉइंट होएगा बेटा वो सेंटर ते होएगा, क्योंकि जिन्ना डिस्टेंस बेटा इस चार्ज का O तो है उन्ना ही डिस्टेंस दूसरे चार्ज का O तो है। जे बेटा आ डिस्टेंस मान लो R है, दूजा भी बेटा साढ़े को डिस्टेंस R होएगा, साइन भी दोनों का बेटा सेम है। एदा इलैक्ट्रिक फील्ड लॉन्ग दिस साइड, एदा इलैक्ट्रिक फील्ड लॉन्ग दिस साइड, बोलो डिस्टेंस सेम, चार्ज सेम, तो बेटा जो रिजल्टेंट फील्ड तुहाडा को आ जाएगा वो जीरो आ जाएगा। एदा मतलब इलैक्ट्रिक फील्ड बिल्कुल जीरो होएगा सेंटर ते, पर बेटा कंडीशन है दोनों चार्जिस के जोड़े मैगनीट्यूड है वो सेम होने चाहिए। हाँ जी क्लीयर। दूसरा जे बेटा एक चार्ज मान लो विचों तुहाडे कोल 2Q है, तो दूसरा चार्ज साढ़े को बेटा सिंपल Q है, दोनों प्लस ने, एक Q है एक 2Q, तो बेटा फिर इलैक्ट्रिक फील्ड जिहड़ा है असी किस पॉइंट ते निकालांगे, वो जिहड़ा साडा पॉइंट है बेटा जिन्हों असी पिछे Q मन्निया सी, वो पॉइंट बेटा स्मॉल चार्ज दे नीयर होएगा। बेटा आएगा तो इन बिटवीन ही, पर वो किहदे लागे होएगा, न्यूट्रल पॉइंट बेटा स्मॉल चार्ज दे नीयर होएगा। कारण बेटा एक ते E प्रपोर्शनल टू Q, दूसरा बेटा E प्रपोर्शनल टू 1/r स्क्वायर, दोनों फैक्टर लेने पैने हैं। बेटा यह चार्ज छोटा है, ਇਹਦਾ मतलब ਇਹਦਾ इलैक्ट्रिक फील्ड घट होएगा। आ चार्ज बेटा वड्डा है, ਇਹਦਾ इलैक्ट्रिक फील्ड की इंटेंसिटी ज़्यादा होएगी। हुण असी तो बेटा टोटल रिजल्ट जीरो चाहते हैं, ਇਹਦਾ मतलब है कि सानू फिर डिस्टेंस के अकॉर्डिंग चलना पएगा। ਜਿਹੜਾ चार्ज बेटा छोटा है ਉਹਦੀ इलैक्ट्रिक फील्ड इंटेंसिटी घट है, तो बेटा ਉਹਦੀ इलैक्ट्रिक फील्ड इंटेंसिटी ਨੂੰ ਵਧਾਉਣ ਦਾ ਤਰੀਕਾ ਹੈ ਉਹਦਾ डिस्टेंस घटा दो। जे चार्ज के लागे पॉइंट होएगा बेटा डिस्टेंस घट होएगा, तो इलैक्ट्रिक फील्ड इंटेंसिटी होएगी बेटा उत्थे ज़्यादा होएगी। हुण ਇਹਦਾ चार्ज का मैगनीट्यूड ज़्यादा सी, तो बेटा ਇਹਦੀ वैल्यू घटाउण का तरीका की है, ਇਹਦਾ ਜਿਹੜਾ है न्यूट्रल पॉइंट तो डिस्टेंस ਵਧਾ दो। डिस्टेंस ज़्यादा हो गया बेटा, तो इलैक्ट्रिक फील्ड इंटेंसिटी ਇਹਦੀ घट जाएगी, तो एक ऐसी स्टेज आएगी दोनों आपस में की हो सकते बेटा इक्वल हो सकते हैं। हुण ਇਹ दोनों पॉइंट याद कर लो बेटा, मल्टीपल चॉइस क्वेश्चन आ सकते हैं। दोनों चार्जिस सेम साइन, पॉजिटिव पॉजिटिव, मैगनीट्यूड भी सेम, तो बेटा न्यूट्रल पॉइंट सेंटर च, तो जे दोनों चार्जिस दे साइन सेम ने तो पर मैगनीट्यूड विच डिफरेंस है, तो बेटा जो न्यूट्रल पॉइंट होएगा जिस इलैक्ट्रिक फील्ड जीरो होएगी, वो तुहाडा जो पॉइंट होएगा बेटा स्मॉलर चार्ज दे नीयर होएगा। हाँ जी बेटा क्लीयर। पर बेटा साडी जिहड़ी प्रॉब्लम है उहदे विच साडे को बेटा एक चार्ज जिहड़ा है वो पॉजिटिव है, तो बेटा सैकंड जिहड़ा चार्ज है बेटा वो नैगेटिव है। यह प्रॉब्लम बेटा हुण डिफरेंट हो गई कि जिहड़े पिछले केस सी बेटा कि उहदे अकॉर्डिंग ही ਇਹਦੇ 'ਚ ਆਪਾਂ ਚੱਲ ਸਕਦੇ ਹਾਂ। ਆਓ ਇਹਨੂੰ ਦੇਖਦੇ ਹਾਂ बेटा। जे तो ਹੁਣ ਅਸੀਂ ਇਹਦੇ ਅੰਦਰ ਚੈੱਕ ਕਰਦੇ ਹਾਂ ਕੋਈ ਪੀ ਪੁਆਇੰਟ ਹੈ, ਇੱਥੇ ਚੈੱਕ ਕਰੀਏ ਤੇ ਕੀ ਇੱਥੇ ਇਲੈਕਟ੍ਰਿਕ ਫੀਲਡ ਜ਼ੀਰੋ ਆਏਗਾ। ਆਪਾਂ ਦੇਖਦੇ ਹਾਂ बेटा ਇਸ ਦਾ ਇਲੈਕਟ੍ਰਿਕ ਫੀਲਡ ਇਹਦੇ ਵੱਲ ਹੀ ਹੋਏਗਾ, ਕਿਉਂਕਿ ਨੈਗੇਟਿਵ ਚਾਰਜ ਦਾ ਇਲੈਕਟ੍ਰਿਕ ਫੀਲਡ ਰੇਡੀਅਲੀ ਇਨਵਰਡ ਟੁਵਾਰਡਸ ਦਾ ਚਾਰਜ। तो बेटा ਇਹਦਾ इलैक्ट्रिक फील्ड ਜਿਹੜਾ रेडियली आउटवर्ड होएगा बेटा इतों बाहर निकलता है इस तरह आउटवर्ड। बेटा एरकी की होया कि दोनों इलैक्ट्रिक फील्ड की बेटा डायरैक्शन जिहड़ी है बेटा वो तो सेम होगी, तो बेटा रिजल्टेंट फील्ड जिहड़ा है वो जीरो नहीं आएगा। हाँ जी बेटा क्लीयर। पिछला केस का बेटा बिल्कुल उल्ट हो गया। तो जे बेटा असी पॉइंट बाहर लैने, कोई पॉइंट आ बेटा साढ़े कोल आर, इत्थे असी चैक करना है
ਬਾਹਰ ਪੁਆਇੰਟ ਹੈ। ਹੁਣ ਬੇਟਾ ਇੱਥੇ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ ਬੇਟਾ ਆਰ ਪੁਆਇੰਟ ਤੇ, ਉਹ ਇਲੈਕਟ੍ਰਿਕ ਫੀਲਡ ਬੇਟਾ ਨੈਗੇਟਿਵ ਚਾਰਜ ਵੱਲ ਹੋਏਗਾ, ਕਿਉਂਕਿ ਨੈਗੇਟਿਵ ਚਾਰਜ ਦਾ ਫੀਲਡ ਉਹਦੇ ਵੱਲ ਹੀ ਹੁੰਦਾ, ਰੇਡੀਅਲੀ ਇਨਵਰਟ। ਤੇ ਬੇਟਾ ਜਿਹੜਾ ਪੋਜ਼ਿਟਿਵ ਚਾਰਜ ਹੈ ਉਹਦਾ ਫੀਲਡ ਆਰ ਤੇ ਚੈੱਕ ਕਰਨਾ, ਰੇਡੀਅਲੀ ਬੇਟਾ ਆਊਟਵਰਡ। ਇਹ ਤੁਸੀਂ ਬੇਟਾ ਸਾਰਾ ਥਿਊਰੀ 'ਚ ਪੜ੍ਹਿਆ ਹੋਇਆ। ਪੋਜ਼ਿਟਿਵ ਚਾਰਜ ਦਾ ਫੀਲਡ ਰੇਡੀਅਲੀ ਆਊਟਵਰਡ, ਨੈਗੇਟਿਵ ਚਾਰਜ ਦਾ ਫੀਲਡ ਰੇਡੀਅਲੀ ਇਨਵਰਡ। ਬੇਟਾ ਹੁਣ ਜਿਹੜਾ ਦੋਨੋਂ ਕੇਸਾਂ 'ਚ ਦੇਖੋ ਡਾਇਰੈਕਸ਼ਨ ਓਪੋਜਿਟ ਹੋਣ ਕਰਕੇ ਹੋ ਸਕਦਾ ਹੈ ਸਾਡੇ ਕੋਲ ਬੇਟਾ ਆਹ ਇਲੈਕਟ੍ਰਿਕ ਫੀਲਡ ਜ਼ੀਰੋ ਆ ਜਾਏ ਕਿਸੇ ਪੁਆਇੰਟ ਤੇ ਜਾ ਕੇ। ਉਹ ਬੇਟਾ ਸਾਨੂੰ ਡਿਸਟੈਂਸ ਦਾ ਵੀ ਦੇਖਣਾ ਪਏਗਾ। ਇੱਧਰੋਂ ਵੀ ਬੇਟਾ ਅਸੀਂ ਚੈੱਕ ਕਰੀਏ, ਜੇ ਇੱਕ ਪੁਆਇੰਟ ਅਸੀਂ ਇੱਥੇ ਐਸ ਲੈਂਦੇ ਹਾਂ ਬੇਟਾ, ਇੱਥੇ ਵੀ ਚੈੱਕ ਕਰਕੇ ਦੇਖ ਲੈਂਦੇ ਹਾਂ ਕਿ ਇਲੈਕਟ੍ਰਿਕ ਫੀਲਡ ਇੱਥੇ ਵੀ ਜ਼ੀਰੋ ਹੋ ਸਕਦਾ ਹੈ। ਬੇਟਾ ਇੱਥੇ ਇਲੈਕਟ੍ਰਿਕ ਫੀਲਡ ਲਗਾਏਗਾ ਪੋਜ਼ਿਟਿਵ ਚਾਰਜ। ਪੋਜ਼ਿਟਿਵ ਚਾਰਜ ਦਾ ਫੀਲਡ ਕਿੱਧਰ ਨੂੰ ਹੈ, ਅਸੀਂ ਬੇਟਾ ਦੱਸਿਆ ਰੇਡੀਅਲੀ ਆਊਟਵਰਡ। ਸਿਮਿਲਰਲੀ ਨੈਗੇਟਿਵ ਚਾਰਜ ਵੀ ਲਗਾਏਗਾ ਇਸੇ ਪੁਆਇੰਟ ਦੇ ਉੱਪਰ, ਨੈਗੇਟਿਵ ਚਾਰਜ ਦਾ ਫੀਲਡ ਕਿੱਧਰ ਨੂੰ ਹੈ, ਰੇਡੀਅਲੀ ਇਨਵਰਡ। ਬੇਟਾ ਇਸ ਪੁਆਇੰਟ ਦੇ ਉੱਪਰ ਵੀ ਇਲੈਕਟ੍ਰਿਕ ਫੀਲਡ ਓਪੋਜਿਟ ਡਾਇਰੈਕਸ਼ਨ 'ਚ ਹੀ ਆ ਰਹੇ ਨੇ, ਤੇ ਇਹਦਾ ਮਤਲਬ ਇੱਥੇ ਵੀ ਜਿਹੜਾ ਹੈ ਦੋਨੋਂ ਫੀਲਡ ਆਪਸ ਵਿੱਚ ਕੈਂਸਲ ਕਰਕੇ ਪੋਸੀਬਿਲਿਟੀ ਹੈ ਕਿ ਇਲੈਕਟ੍ਰਿਕ ਫੀਲਡ ਜ਼ੀਰੋ ਹੋ ਸਕੇ। ਨਾਓ ਬਟ ਇਨ ਆਵਰ ਪ੍ਰੋਬਲਮ ਇੱਥੇ ਸਾਡੇ ਕੋਲ ਚਾਰਜ ਹੈ Q1, ਜਿਹੜੀ ਆਪਾਂ ਡਾਇਗਰਾਮ ਬਣਾਈ ਸੀ। ਇੱਥੇ ਚਾਰਜ ਹੈ ਸਾਡੇ ਕੋਲ Q1, ਇਹ ਵਾਲਾ ਜਿਹੜਾ ਚਾਰਜ ਹੈ ਇਹਦਾ ਨਾਮ ਹੈ ਸਾਡੇ ਕੋਲ Q2। ਪਿੱਛੇ ਅਸੀਂ ਡਿਸਕਸ ਕੀਤਾ ਸੀ ਕਿ Q1 ਜਿਹੜਾ ਹੈ ਉਹਦਾ ਮੈਗਨੀਟਿਊਡ ਜ਼ਿਆਦਾ ਹੈ Q2 ਨਾਲੋਂ। ਇਹਦਾ ਮਤਲਬ ਹੈ ਦੋਨੋਂ ਚਾਰਜਿਸ ਹੈਗੇ ਤੇ ਓਪੋਜਿਟ ਨੇ, ਪਰ ਇਹਨਾਂ ਦੇ ਜਿਹੜੇ ਨੇ ਮੈਗਨੀਟਿਊਡ 'ਚ ਵੀ ਫਰਕ ਹੈ। ਇਹ ਚਾਰਜ ਵੱਡਾ ਹੈ Q2 ਨਾਲੋਂ। ਹੁਣ ਪਿੱਛੇ ਆਪਾਂ ਹੁਣੇ ਡਿਸਕਸ ਕੀਤਾ, ਹੁਣ ਇੱਥੇ ਵੀ ਜ਼ੀਰੋ ਹੋ ਸਕਦਾ ਹੈ, ਲੈਫਟ ਵਾਲੇ ਪਾਸੇ ਵੀ ਹੋ ਸਕਦਾ ਹੈ ਜ਼ੀਰੋ, ਤੇ ਬੇਟਾ ਰਾਈਟ ਵਾਲੇ ਪਾਸੇ ਵੀ ਇਲੈਕਟ੍ਰਿਕ ਫੀਲਡ ਜ਼ੀਰੋ ਹੋ ਸਕਦਾ ਹੈ। ਆਓ ਉਹਨੂੰ ਡਿਸਕਸ ਕਰੀਏ। ਬੇਟਾ ਆਹ ਵਾਲਾ ਪੁਆਇੰਟ ਹੈ ਜਿਹੜਾ ਰਾਈਟ ਸਾਈਡ ਤੇ ਹੈ Q2 ਦੇ, Q2 ਦੇ ਜਸਟ ਰਾਈਟ ਹੈ। ਇਹ ਬੇਟਾ -Q ਦੇ ਨੀਅਰ ਹੈ। ਇਹ ਵਾਲਾ ਆਰ ਪੁਆਇੰਟ -Q ਯਾਨੀ ਕਿ Q2 ਚਾਰਜ ਜਿਹੜਾ ਹੈ ਇਹਦੇ ਜਸਟ ਰਾਈਟ ਤੇ ਹੈ। ਇਹਦਾ ਮਤਲਬ ਆਹ ਪੁਆਇੰਟ Q2 ਦੇ ਨੀਅਰ ਹੈ। ਬੇਟਾ Q2 ਦਾ ਮੈਗਨੀਟਿਊਡ ਘੱਟ ਹੈ। ਜੇ Q2 ਦਾ ਮੈਗਨੀਟਿਊਡ ਘੱਟ ਹੈ ਤੇ ਇਹਦਾ ਇਲੈਕਟ੍ਰਿਕ ਫੀਲਡ ਵਧਾਉਣ ਦਾ ਬੇਟਾ ਇੱਕੋ ਹੀ ਤਰੀਕਾ ਹੈ ਕਿ ਜੇ ਚਾਰਜ ਦਾ ਮੈਗਨੀਟਿਊਡ ਘੱਟ ਹੋਵੇ ਤੇ ਉਹਦਾ ਇਲੈਕਟ੍ਰਿਕ ਫੀਲਡ ਵਧਾਉਣ ਦਾ ਤਰੀਕਾ ਕੀ ਹੈ ਕਿ ਸਾਨੂੰ ਬੇਟਾ ਫਿਰ ਡਿਸਟੈਂਸ ਦੇਖਣਾ ਪਏਗਾ। ਮੈਗਨੀਟਿਊਡ ਬੇਟਾ ਇਹਦਾ ਇਸ ਪੁਆਇੰਟ ਤੇ ਤਾਂ ਵਧੇਗਾ ਜੇ ਡਿਸਟੈਂਸ ਘਟਾ ਦੋਗੇ। ਜਿੰਨਾ ਡਿਸਟੈਂਸ ਘੱਟ ਰੱਖੋਗੇ ਉਹਨਾਂ ਇਲੈਕਟ੍ਰਿਕ ਫੀਲਡ ਸਟਰੋਂਗ ਹੋ ਗਿਆ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਹੈ Q2 ਕਰਕੇ ਜ਼ਿਆਦਾ ਹੋ ਗਿਆ। ਹੁਣ ਬੇਟਾ ਇਹਦਾ ਇਲੈਕਟ੍ਰਿਕ ਫੀਲਡ ਵੀ ਇੱਥੇ ਚੈੱਕ ਕਰੋ। Q1 ਵੈਸੇ ਚਾਰਜ ਵੱਡਾ ਹੈ, ਇਹਦਾ ਮਤਲਬ ਇਹਦਾ ਇਲੈਕਟ੍ਰਿਕ ਫੀਲਡ ਇਹਦੇ ਮੁਕਾਬਲੇ ਵੈਸੇ ਜ਼ਿਆਦਾ ਹੈ। ਹੁਣ ਕੀ ਕੀਤਾ, ਪਰ ਆਰ ਪੁਆਇੰਟ Q1 ਤੋਂ ਕਾਫੀ ਦੂਰ ਪੈ ਗਿਆ। ਇਹ ਡਿਸਟੈਂਸ ਬੇਟਾ ਜ਼ਿਆਦਾ ਹੋਣ ਕਰਕੇ ਸਾਡਾ ਜਿਹੜਾ ਹੈ Q1 ਦਾ ਇਲੈਕਟ੍ਰਿਕ ਫੀਲਡ ਥੋੜ੍ਹਾ ਜਿਹਾ ਘਟ ਜਾਏਗਾ, ਤੇ ਇਹਦਾ ਮਤਲਬ ਹੈ ਕਿ ਇਸ ਪੁਆਇੰਟ ਤੇ ਆ ਕੇ ਬੇਟਾ ਸਾਡੇ ਕੋਲ ਬੈਲੈਂਸਿੰਗ ਹੋ ਸਕਦੀ ਹੈ, ਕਿਉਂਕਿ ਇਹਦਾ ਡਿਸਟੈਂਸ ਘੱਟ ਹੈ, ਇਲੈਕਟ੍ਰਿਕ ਫੀਲਡ ਵੱਧ ਗਿਆ। ਇਹਦਾ ਬੇਟਾ ਡਿਸਟੈਂਸ ਜ਼ਿਆਦਾ ਹੈ, ਇਹਦਾ ਇਲੈਕਟ੍ਰਿਕ ਫੀਲਡ ਉਹ ਘਟ ਜਾਏਗਾ, ਤੇ ਬੇਟਾ ਇੱਥੇ ਇਲੈਕਟ੍ਰਿਕ ਫੀਲਡ ਜ਼ੀਰੋ ਹੋਣ ਦੀ ਪੋਸੀਬਿਲਿਟੀ ਹੈ। ਤੇ ਬੇਟਾ ਜੇ ਅਸੀਂ ਇਸ ਪੁਆਇੰਟ ਨੂੰ ਅਸੀਂ ਚੈੱਕ ਕਰਦੇ ਹਾਂ, ਬੇਟਾ ਇਸ ਪੁਆਇੰਟ ਦੇ ਉੱਪਰ ਆਲਰੇਡੀ ਇਹ ਪੁਆਇੰਟ Q1 ਦੇ ਨੀਅਰ ਹੈ। Q1 ਆਲਰੇਡੀ ਚਾਰਜ ਵੱਡਾ ਹੈ। ਜੇ ਚਾਰਜ ਦਾ ਮੈਗਨੀਟਿਊਡ ਜ਼ਿਆਦਾ, ਡਿਸਟੈਂਸ ਵੀ ਘੱਟ, ਬੇਟਾ ਇੱਕ ਤਾਂ ਮੈਗਨੀਟਿਊਡ ਜ਼ਿਆਦਾ, ਉਹਦੇ ਨਾਲ ਇਲੈਕਟ੍ਰਿਕ ਫੀਲਡ ਜ਼ਿਆਦਾ ਹੋ ਗਿਆ, ਉੱਤੋਂ ਡਿਸਟੈਂਸ ਵੀ ਘੱਟ ਹੈ, ਮੈਗਨੀਟਿਊਡ ਬੇਟਾ ਹੋਰ ਜ਼ਿਆਦਾ ਹੋ ਗਿਆ। ਇਹਦਾ ਮਤਲਬ ਇੱਥੇ ਇਲੈਕਟ੍ਰਿਕ ਫੀਲਡ Q1 ਦਾ ਤਾਂ ਬੇਟਾ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਦੋਨੋਂ ਫੈਕਟਰ ਬੇਟਾ ਇਹਨੂੰ ਸਪੋਰਟ ਕਰ ਰਹੇ ਨੇ। ਮੈਗਨੀਟਿਊਡ ਆਫ ਚਾਰਜ ਵੀ ਸਪੋਰਟ ਕਰ ਰਿਹਾ ਹੈ, ਦੂਸਰਾ ਬੇਟਾ ਡਿਸਟੈਂਸ ਘੱਟ ਹੈ, ਉਹ ਵੀ ਉਹਦੇ ਕਰਕੇ ਇਲੈਕਟ੍ਰਿਕ ਫੀਲਡ ਸਟਰੋਂਗ ਹੋ ਗਿਆ। ਤੇ ਬੇਟਾ Q2 ਅੱਗੇ ਚਾਰਜ ਛੋਟਾ ਹੈ, ਉਹਦਾ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਇਸ ਪੁਆਇੰਟ ਤੇ ਵੈਸੇ ਘਟ ਗਿਆ, ਉੱਤੋਂ ਬੇਟਾ ਡਿਸਟੈਂਸ ਵੀ ਜ਼ਿਆਦਾ ਹੈ, ਡਿਸਟੈਂਸ ਜ਼ਿਆਦਾ ਹੋਣ ਕਰਕੇ ਬੇਟਾ ਇਲੈਕਟ੍ਰਿਕ ਫੀਲਡ ਹੋਰ ਘਟ ਗਿਆ। ਇਹਦਾ ਮਤਲਬ ਹੈ ਕਿ ਇਸ ਪੁਆਇੰਟ ਦੇ ਉੱਤੇ ਜਿਹੜੇ ਦੋ ਫੀਲਡਸ ਹੋਣਗੇ ਬੇਟਾ ਉਹ ਕਦੀ ਵੀ ਇਕੁਅਲ ਨਹੀਂ ਹੋ ਸਕਦੇ, ਇੱਕ ਬਹੁਤ ਵੱਡਾ ਹੋਏਗਾ, ਇੱਕ ਬਹੁਤ ਛੋਟਾ ਫੀਲਡ ਹੋਏਗਾ। ਇਸ ਕਰਕੇ ਬੇਟਾ ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਜ਼ੀਰੋ ਨਹੀਂ ਹੋਏਗਾ। ਹਾਂਜੀ ਬੇਟਾ ਕਲੀਅਰ। ਆਓ ਅਸੀਂ ਹੁਣ ਇਹਦੀ ਜਿਹੜੀ ਹੈ ਕਰੈਕਟ ਆਪਸ਼ਨ ਚੈੱਕ ਕਰਦੇ ਹਾਂ, ਕਿਹੜਾ ਆਏਗਾ ਇਹਦੇ ਵਿੱਚੋਂ ਦੇਖਦੇ ਹਾਂ। ਇੱਕ ਆਪਸ਼ਨ ਲਿਖੀ ਹੈ ਬੇਟਾ ਐਟ ਫਾਈਨਾਈਟ ਡਿਸਟੈਂਸ ਟੂ ਦਾ ਲੈਫਟ ਆਫ Q1 ਦੇ ਲੈਫਟ ਵਾਲੇ ਪਾਸੇ। ਬੇਟਾ ਇੱਥੇ ਤੇ ਹੋ ਨਹੀਂ ਸਕਦਾ, ਹੁਣੇ ਡਿਸਕਸ ਕੀਤਾ। ਜਾਂ ਐਟ ए ਫਾਈਨਾਈਟ ਡਿਸਟੈਂਸ ਟੂ ਦਾ ਰਾਈਟ ਆਫ Q2 ਇਲੈਕਟ੍ਰਿਕ ਫੀਲਡ ਜ਼ੀਰੋ। ਬੇਟਾ Q2 ਦੇ ਜਸਟ ਰਾਈਟ
ਉੱਥੇ ਇਲੈਕਟ੍ਰਿਕ ਫੀਲਡ 0 ਹੋ ਸਕਦਾ ਹੈ। ਹਾਂਜੀ ਬੇਟਾ ਕਲੀਅਰ। ਸਾਡੀ ਆਪਸ਼ਨ ਜਿਹੜੀ ਹੈ ਇੱਕ A ਠੀਕ ਹੈ ਬੇਟਾ, ਤੇ ਇੱਕ ਸਾਡੀ ਆਪਸ਼ਨ ਹੈਗੀ ਬੇਟਾ ਵਿੱਚੋਂ D ਜਿਹੜੀ ਹੈ ਉਹ ਠੀਕ ਹੈਗੀ ਆ। ਹਾਂਜੀ ਬੇਟਾ ਕਲੀਅਰ। ਨਾਓ ਕਮ ਟੂ ਨੈਕਸਟ ਪ੍ਰੋਬਲਮ। ਬੇਟਾ ਸਾਡੇ ਕੋਲ ਇੱਕ ਇਹ ਚਾਰਜਡ ਥਿਨ ਮੈਟਲ ਦਾ ਬੇਟਾ ਇੱਕ ਰਿੰਗ ਹੈ। ਜਿਸ ਤਰ੍ਹਾਂ ਬੇਟਾ ਸਾਡੇ ਕੋਲ ਇੱਕ ਆਹ ਮੰਨ ਲਓ ਜਿਸ ਤਰ੍ਹਾਂ ਕੜਾ ਹੈ ਮੇਰੇ ਕੋਲ, ਇਹ ਮੈਟਲ ਦਾ ਬੇਟਾ ਇੱਕ ਰਿੰਗ ਹੈ। ਬੇਟਾ ਆਹ ਜਿਹੜਾ ਰਿੰਗ ਹੈ XY ਪਲੇਨ ਦੇ ਵਿੱਚ ਪਿਆ ਹੈ। ਮੰਨ ਲਓ ਬੇਟਾ ਆਹ ਐਕਸ ਐਕਸਿਸ, ਆਹ ਸਾਡੀ Y ਐਕਸਿਸ, ਇਹ ਬੇਟਾ X ਐਕਸਿਸ ਹੈ। XY ਪਲੇਨ ਦੇ ਵਿੱਚ ਬੇਟਾ ਮੈਟਲ ਦਾ ਰਿੰਗ ਪਿਆ, ਤੇ ਇਹ ਜਿਹੜੀ ਮੈਟਲ ਦਾ ਰਿੰਗ ਹੈ ਬੇਟਾ ਪੂਰਾ ਪੋਜ਼ਿਟਿਵਲੀ ਚਾਰਜਡ ਹੈ। ਤੇ ਬੇਟਾ ਅਸੀਂ ਪੜ੍ਹਿਆ ਕਿ ਜਦੋਂ ਵੀ ਕੋਈ ਚਾਰਜਡ ਰਿੰਗ ਹੁੰਦਾ ਬੇਟਾ, ਉਹਦਾ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹਦੀ ਐਕਸਿਸ ਦੇ ਸਾਰਾ ਬੇਟਾ ਅਲੋਂਗ ਹੁੰਦਾ ਹੈ। ਬੇਟਾ ਆਹ ਜੇ ਮੈਟਲ ਦਾ ਰਿੰਗ ਹੈ ਤੇ ਇਹ ਬੇਟਾ ਉਹਦੀ ਜਿਹੜੀ ਆ ਅਸੀਂ ਐਕਸਿਸ ਬਣਾਈ ਹੈ। ਇਲੈਕਟ੍ਰਿਕ ਫੀਲਡ ਬੇਟਾ ਇਸ ਸਾਈਡ ਵੱਲ ਹੋਏਗਾ। ਜੇ ਬੇਟਾ ਅਸੀਂ ਮੈਟਲ ਦਾ ਰਿੰਗ ਅਸੀਂ ਇਸ ਤਰ੍ਹਾਂ ਸ਼ੋਅ ਕਰਦੇ ਹਾਂ ਡਾਇਗਰਾਮ ਦੇ ਵਿੱਚ, ਤੇ ਬੇਟਾ ਇਲੈਕਟ੍ਰਿਕ ਫੀਲਡ ਸਾਡਾ ਬੇਟਾ ਅਲੋਂਗ ਦਾ ਐਕਸਿਸ, ਇਹ ਬੇਟਾ ਤੁਸੀਂ ਸਾਰਾ ਪੜ੍ਹਿਆ। ਹਾਂਜੀ ਕਲੀਅਰ। ਇਲੈਕਟ੍ਰਿਕ ਫੀਲਡ ਬੇਟਾ ਪੂਰੇ ਚਾਰਜਡ ਰਿੰਗ ਦਾ ਐਕਸਿਸ ਦੇ ਅਲੋਂਗ ਹੁੰਦਾ। ਨਾ ਬੇਟਾ ਇਸ ਕੁਐਸਚਨ 'ਚ ਕੀ ਹੈ, ਸਾਡੇ ਕੋਲ ਆ ਮੈਟਲ ਦਾ ਰਿੰਗ ਹੈ ਜਿਹੜਾ ਸਾਡੇ ਕੋਲ XY ਪਲੇਨ ਦੇ ਵਿੱਚ ਪਿਆ। ਦਿਸ ਇਜ਼ ਦਾ X ਐਂਡ Y ਪਲੇਨ, ਐਂਡ Z ਐਕਸਿਸ ਬੇਟਾ ਬਿਲਕੁਲ ਇਹਦੇ ਪਰਪੈਂਡੀਕੂਲਰ ਹੈ ਉੱਪਰ ਨੂੰ, ਆ Z ਐਕਸਿਸ ਹੈ। ਹੁਣ ਬੇਟਾ ਇਸ ਮੈਟਲ ਦੇ ਰਿੰਗ ਉੱਪਰ ਬੇਟਾ ਚਾਰਜ ਹੈ, ਸਾਰੇ ਪਾਸੇ ਇਹਨੇ ਡਾਇਗਰਾਮ 'ਚ ਬੇਟਾ ਸ਼ੋਅ ਨਹੀਂ ਕੀਤਾ। ਇਹ ਯੂਨੀਫਾਰਮਲੀ ਬੇਟਾ ਚਾਰਜਡ ਹੈ। ਇਹਦਾ ਮਤਲਬ ਸਾਰਾ ਇਲੈਕਟ੍ਰਿਕ ਫੀਲਡ ਬੇਟਾ ਇਹਦੀ ਐਕਸਿਸ ਦੇ ਅਲੋਂਗ ਹੋਏਗਾ, Z ਐਕਸਿਸ ਦੇ ਅਲੋਂਗ। ਹਾਂਜੀ ਕਲੀਅਰ। ਹੁਣ ਕੁਐਸਚਨ ਵਿੱਚ ਬੇਟਾ ਕੀ ਕਹਿ ਰਿਹਾ ਕਿ ਇੱਕ ਨੈਗੇਟਿਵਲੀ ਚਾਰਜਡ ਪਾਰਟੀਕਲ ਹੈ ਬੇਟਾ -Q, ਯੂ ਆਰ ਸੀਇੰਗ ਹੇਅਰ। ਇੱਥੇ ਬੇਟਾ ਇੱਕ ਨੈਗੇਟਿਵਲੀ ਚਾਰਜ ਪਾਰਟੀਕਲ ਹੈ P ਪੁਆਇੰਟ, Z ਐਕਸਿਸ ਦੇ ਉੱਪਰ ਇੱਕ P ਪੁਆਇੰਟ ਹੈ, ਉੱਥੇ ਬੇਟਾ ਇੱਕ ਨੈਗੇਟਿਵਲੀ ਚਾਰਜਡ ਪਾਰਟੀਕਲ ਹੈ। ਇੱਥੋਂ ਬੇਟਾ ਚਾਰਜ ਪਾਰਟੀਕਲ ਨੂੰ ਮੈਂ ਛੱਡ ਰਿਹਾ, ਇੱਥੋਂ ਮੈਂ ਜਦੋਂ ਉਹਨੂੰ ਛੱਡ ਦਾਂਗਾ ਰੈਸਟ ਵਿੱਚੋਂ। ਹਾਂਜੀ ਬੇਟਾ ਕਲੀਅਰ। ਇਹ ਪੁਆਇੰਟ P ਕਿਹਦੇ ਉੱਤੇ ਹੈ, Z ਐਕਸਿਸ ਦੇ ਉੱਤੇ ਹੈ। ਇਸ ਚਾਰਜ ਪਾਰਟੀਕਲ ਨੂੰ ਬੇਟਾ ਮੈਂ ਇੱਥੋਂ ਛੱਡ ਦਾਂਗਾ ਤੇ ਕੀ ਹੋਏਗਾ। ਹੁਣ ਬੇਟਾ ਆਓ ਇਹਨੂੰ ਅਸੀਂ ਡਿਸਕਸ ਕਰਦੇ ਹਾਂ। ਪਹਿਲੀ ਗੱਲ ਤੇ ਬੇਟਾ ਅਸੀਂ ਨੋਟ ਕਰਨੀ ਹੈ ਕਿ ਜਿਹੜਾ ਇਲੈਕਟ੍ਰਿਕ ਫੀਲਡ ਤੇ ਦੂਸਰਾ ਨੈਗੇਟਿਵਲੀ ਚਾਰਜ, ਨੈਗੇਟਿਵ ਚਾਰਜ ਪਾਰਟੀਕਲ ਜਦੋਂ ਵੀ ਇਲੈਕਟ੍ਰਿਕ ਫੀਲਡ 'ਚ ਬੇਟਾ ਐਂਟਰ ਕਰਦਾ ਹੈ ਉਹਦੇ ਉੱਪਰ ਬੇਟਾ ਫੋਰਸ ਤੇ ਲੱਗਣੀ ਲਾਜ਼ਮੀ ਹੈ। ਅਕੋਰਡਿੰਗ ਟੂ ਫਾਰਮੂਲਾ ਬੇਟਾ F ਇਜ਼ ਇਕੁਅਲ ਟੂ QE, ਅਸੀਂ ਅੱਗੇ ਆਲਰੇਡੀ ਡਿਸਕਸ ਕੀਤਾ ਹੈ ਕਿ ਉਹਦੇ 'ਤੇ ਬੇਟਾ ਫੋਰਸ ਤੇ ਲੱਗੇਗੀ। ਕੋਈ ਵੀ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ 'ਚ ਐਂਟਰ ਕਰ ਗਿਆ, ਭਾਵੇਂ ਰੈਸਟ ਵਿੱਚ ਹੈ ਭਾਵੇਂ ਬੇਟਾ ਮੋਸ਼ਨ 'ਚ ਹੈ, ਜਿਸ ਤਰ੍ਹਾਂ ਮਰਜ਼ੀ ਹੈ, ਜਿੱਧਰ ਮਰਜ਼ੀ ਜਾ ਰਿਹਾ ਬੇਟਾ ਉਹਦੇ ਉੱਪਰ ਫੋਰਸ ਤੇ ਬੇਟਾ ਡੈਫੀਨੇਟਲੀ ਐਕਟ ਕਰੇਗੀ। ਹੁਣ ਬੇਟਾ ਅਸੀਂ ਕੀ ਦੇਖ ਰਹੇ ਹਾਂ ਕਿ ਚਾਰਜ ਨੈਗੇਟਿਵ ਹੈ। ਦੋ ਪੁਆਇੰਟ ਯਾਦ ਰੱਖਣੇ ਆ। ਨੈਗੇਟਿਵ ਚਾਰਜ ਉੱਪਰ ਜਿਹੜੀ ਫੋਰਸ ਲੱਗਦੀ ਹੈ ਹਮੇਸ਼ਾ ਇਲੈਕਟ੍ਰਿਕ ਫੀਲਡ ਦੇ ਆਪੋਜਿਟ ਲੱਗਦੀ ਹੈ। ਜੇ ਇਲੈਕਟ੍ਰਿਕ ਫੀਲਡ ਤੁਹਾਡਾ ਹੈ ਮੰਨ ਲਓ ਪੋਜ਼ਿਟਿਵ Z ਐਕਸਿਸ ਵਾਲੇ ਪਾਸੇ, ਤੇ ਬੇਟਾ ਜਿਹੜੀ ਫੋਰਸ ਲੱਗੇਗੀ ਉਹ ਨੈਗੇਟਿਵ Z ਐਕਸਿਸ ਵਾਲੇ ਪਾਸੇ ਲੱਗੇਗੀ। ਇਲੈਕਟ੍ਰੋਨ ਆਲਵੇਜ਼ ਮੂਵ ਆਪੋਜਿਟ ਟੂ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਐਂਡ ਪੋਜ਼ਿਟਿਵ ਚਾਰਜ ਪ੍ਰੋਟੋਨ ਆਲਵੇਜ਼ ਮੂਵ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਪਰ ਬੇਟਾ ਸਾਡੇ ਕੋਲ ਤੇ ਇਸ ਪ੍ਰੋਬਲਮ 'ਚ ਨੈਗੇਟਿਵ ਚਾਰਜ ਹੈ। ਇਲੈਕਟ੍ਰਿਕ ਫੀਲਡ ਬੇਟਾ ਕਿੱਧਰ ਹੋਏਗਾ, ਅਲੋਂਗ ਦਿਸ ਸਾਈਡ। ਬੇਟਾ ਉੱਪਰ ਨੂੰ ਬਣਾਤਾ ਸੀ, ਇਲੈਕਟ੍ਰਿਕ ਫੀਲਡ ਮੈਂ ਇਸ ਸਾਈਡ ਤੇ ਸ਼ੋਅ ਕਰਤਾ। ਤੇ ਬੇਟਾ ਜਿਹੜਾ ਫਿਰ ਨੈਗੇਟਿਵ ਚਾਰਜ ਹੈ ਬੇਟਾ ਇਹਦੇ ਉੱਪਰ ਜਿਹੜੀ ਫੋਰਸ ਲੱਗੇਗੀ ਬੇਟਾ ਉਹ ਡਾਊਨਵਰਡ, ਦੇਖੋ ਬੇਟਾ ਐਰੋ ਨਾਲ ਸ਼ੋਅ ਕੀਤੀ ਹੈ। ਇਲੈਕਟ੍ਰਿਕ ਫੋਰਸ ਜਿਹੜੀ ਹੈ ਉਹ ਡਾਊਨਵਰਡ ਲੱਗੇਗੀ, ਟੁਆਰਡਸ O ਲੱਗੇਗੀ। ਹਾਂਜੀ ਬੇਟਾ ਕਲੀਅਰ। ਚਾਰਜ ਪਾਰਟੀਕਲ ਬੇਟਾ ਨੀਚੇ ਆਉਣਾ ਸ਼ੁਰੂ ਹੋ ਗਿਆ। ਹੁਣ ਕੁਐਸਚਨ ਬੇਟਾ ਉਹਨੇ ਕੀ ਪੁੱਛਿਆ ਹੈ ਕਿ ਜਦੋਂ ਚਾਰਜ ਪਾਰਟੀਕਲ ਜਦੋਂ ਬੇਟਾ ਮੋਸ਼ਨ 'ਚ ਆ ਗਿਆ, ਆਪਣੀ ਫੋਰਸ ਕਰਕੇ ਬੇਟਾ ਮੋਸ਼ਨ 'ਚ ਆ ਗਿਆ, ਕੀ ਉਹ ਮੋਸ਼ਨ ਜਿਹੜੀ ਹੈ ਪੀਰੀਓਡਿਕ ਹੈ ਫॉर ਆਲ ਵੈਲਿਊ ਆਫ Z0। ਬੇਟਾ ਓਰੀਜਨ ਤੋਂ P ਪੁਆਇੰਟ ਦਾ ਜਿਹੜਾ ਡਿਸਟੈਂਸ ਹੈ ਉਹਨੂੰ ਬੇਟਾ ਉਹਨੇ Z0 ਲਿਖਿਆ। ਜਿਹੜਾ ਆਰਟੀਕਲ ਬੇਟਾ ਤੁਸੀਂ ਪੜ੍ਹਿਆ ਉੱਥੇ ਤੁਸੀਂ ਇਹਨੂੰ X ਲਿਖ ਦਿੰਦੇ ਆ। ਕੀ ਇਹ ਮੋਸ਼ਨ ਪੀਰੀਓਡਿਕ ਹੈ ਫॉर ਆਲ ਵੈਲਿਊਜ਼? ਕੀ ਇਹ ਮੋਸ਼ਨ ਬੇਟਾ ਸਿੰਪਲ ਹਾਰਮੋਨਿਕ ਹੈ ਫॉर दैट ਵੈਲਿਊ? ਕੀ ਇਹ ਅਪਰੋਕਸੀਮੇਟਲੀ ਸਿੰਪਲ ਹਾਰਮੋਨਿਕ ਹੈ ਕਿ ਸੱਚ ਦੈਟ P crosses O and continue to move along the negative Z axis toward -Z? ਬੇਟਾ ਦੇਖਣਾ ਕਿ ਇਹਦੇ ਵਿੱਚੋਂ ਕਿਹੜੀ ਜਿਹੜੀ ਹੈ ਆਪਸ਼ਨ ਜਿਹੜੀ ਹੈ ਉਹ ਸਹੀ ਹੈ।
ਹਾਂਜੀ ਬੇਟਾ ਕਲੀਅਰ। ਬੇਟਾ ਹੁਣ ਅਸੀਂ ਇੱਕ +1 ਦੇ ਵਿੱਚ ਇੱਕ ਚੈਪਟਰ ਪੜ੍ਹਿਆ ਸੀ ਬੇਟਾ, ਸਿੰਪਲ ਹਾਰਮੋਨਿਕ ਮੋਸ਼ਨ। ਜਦੋਂ ਵੀ ਕਿਸੇ ਵੀ ਮੋਸ਼ਨ ਨੂੰ ਬੇਟਾ ਸਿੰਪਲ ਹਾਰਮੋਨਿਕ ਮੋਸ਼ਨ ਪ੍ਰੂਵ ਕਰਨਾ ਹੋਵੇ, ਜਿਸ ਤਰ੍ਹਾਂ ਬੇਟਾ ਸਪਰਿੰਗ ਦੀ ਪੜ੍ਹੀ ਸੀ, ਅਸੀਂ ਸਿੰਪਲ ਪੈਂਡੂਲਮ ਦੀ ਮੋਸ਼ਨ ਪੜ੍ਹਦੇ ਹਾਂ, ਜਾਂ ਇੱਕ ਜਿਹੜਾ ਹੈਗਾ ਤੁਹਾਡੇ ਕੋਲ ਕੌਰਕ ਹੈਗਾ, ਉਹਨੂੰ ਅਸੀਂ ਇਮਰਸਡ ਕੀਤਾ ਹੋਇਆ ਲਿਕੁਇਡ ਦੇ ਵਿੱਚ, ਜਾਂ ਯੂਟਿਊਬ ਸੀ ਸਾਡੇ ਕੋਲ ਲਿਕੁਇਡ ਨਾਲੋਂ ਯੂਟਿਊਬ, ਉਸ ਕੋਈ ਵੀ ਸਾਡੇ ਕੋਲ ਬੇਟਾ ਪ੍ਰੋਬਲਮ ਹੈ, ਜਦੋਂ ਵੀ ਸਾਨੂੰ ਕਿਸੇ ਵੀ ਕੇਸ ਵਿੱਚ ਪ੍ਰੂਵ ਕਰਨਾ ਹੋਵੇ ਕਿ ਇਹ ਸਿੰਪਲ ਹਾਰਮੋਨਿਕ ਮੋਸ਼ਨ ਹੈ, ਜਸਟ ਬੇਟਾ ਅਸੀਂ ਕੀ ਪ੍ਰੂਵ ਕਰਦੇ ਹਾਂ ਕਿ ਜਿਹੜੀ ਫੋਰਸ ਹੁੰਦੀ ਹੈ ਉਹ ਡਿਸਪਲੇਸਮੈਂਟ ਦੇ ਬੇਟਾ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ। ਇਹ ਯਾਦ ਰੱਖਣਾ ਹੈ, ਜਿਹੜੀ ਫੋਰਸ ਹੈ ਜਿਹਨੂੰ ਅਸੀਂ ਬੋਲਦੇ ਹਾਂ ਬੇਟਾ ਰੀਸਟੋਰਿੰਗ ਫੋਰਸ, ਜੇਕਰ ਤੁਸੀਂ ਇਹਨੂੰ ਪ੍ਰੂਵ ਕਰ ਦਿਓ ਕਿ ਇਹ ਡਿਸਪਲੇਸਮੈਂਟ ਫਰੋਮ ਮੀਨ ਪੋਜੀਸ਼ਨ ਦੇ ਡਾਇਰੈਕਟਲੀ ਹੈ ਤੇ ਨਾਲੇ ਬੇਟਾ ਇਹ ਉਹਦੇ ਆਪੋਜਿਟ ਹੈ, ਦੈਨ ਉਹ ਮੋਸ਼ਨ ਬੇਟਾ ਸਿੰਪਲ ਹਾਰਮੋਨਿਕ ਹੁੰਦੀ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਬੇਟਾ ਜਿਹੜਾ ਕੀ ਪ੍ਰੂਵ ਕਰਨਾ ਪੈਂਦਾ ਹੈ, ਰੀਸਟੋਰਿੰਗ ਫੋਰਸ is directly proportional to displacement from mean position. Displacement from mean position. ਤੇ ਦੂਸਰਾ ਬੇਟਾ ਰੀਸਟੋਰਿੰਗ ਫੋਰਸ ਜਿਹੜੀ ਹੈ ਉਹਦੇ ਵਿੱਚ ਬੇਟਾ ਇੱਕ ਆਪਣੇ ਕੋਲ ਸਾਈਨ ਪਾਉਣਾ ਹੁੰਦਾ ਬੇਟਾ, ਮਾਈਨਸ ਦਾ ਆਉਣਾ ਜ਼ਰੂਰੀ ਹੈ। ਤੇ ਡਿਸਪਲੇਸਮੈਂਟ ਨੂੰ ਬੇਟਾ ਜੇ ਅਸੀਂ ਐਕਸ ਲਿਖ ਲੈਂਦੇ ਹਾਂ ਮੰਨ ਲਓ, ਤੇ ਸਾਡੇ ਕੋਲ ਇੱਥੇ ਕੋਈ ਨਾ ਕੋਈ ਕੌਂਸਟੈਂਟ ਆਏਗਾ। ਰੀਸਟੋਰਿੰਗ ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਬੇਟਾ ਡਿਸਪਲੇਸਮੈਂਟ ਫਰੋਮ ਮੀਨ ਪੋਜੀਸ਼ਨ। ਇੱਕ ਤੇ ਆਹ ਚੀਜ਼ ਪ੍ਰੂਵ ਕਰ ਦਿਓ, ਤੇ ਇੱਕ ਅਸੀਂ ਪ੍ਰੂਵ ਕਰਨਾ ਬੇਟਾ ਕਿ ਰੀਸਟੋਰਿੰਗ ਫੋਰਸ ਇਜ਼ ਆਪੋਜਿਟ ਟੂ ਦਾ ਡਿਸਪਲੇਸਮੈਂਟ। ਜੇ ਬੇਟਾ ਡਿਸਪਲੇਸਮੈਂਟ ਅਸੀਂ ਇੱਧਰ ਨੂੰ ਕੀਤੀ ਹੈ ਤੇ ਬੇਟਾ ਰੀਸਟੋਰਿੰਗ ਜਿਹੜੀ ਫੋਰਸ ਹੈ ਉਹਦੇ ਬਿਲਕੁਲ ਆਪੋਜਿਟ ਹੋਏਗੀ, ਡੈਟ ਇਜ਼ ਟੁਆਰਡਸ ਮੀਨ ਪੋਜੀਸ਼ਨ। ਰੀਸਟੋਰਿੰਗ ਫੋਰਸ ਦੀ ਡਾਇਰੈਕਸ਼ਨ ਹਮੇਸ਼ਾ ਬੇਟਾ ਮੀਨ ਪੋਜੀਸ਼ਨ ਵਾਲੇ ਪਾਸੇ ਪ੍ਰੂਵ ਕਰਨੀ ਹੈ। ਹਾਂਜੀ ਬੇਟਾ ਕਲੀਅਰ ਹੈ। ਜੇ ਆਹ ਕਨਸੈਪਟ ਕਲੀਅਰ ਹੋਏਗਾ ਬੇਟਾ ਫਿਰ ਸਾਨੂੰ ਉਸ ਪ੍ਰੋਬਲਮ ਦਾ ਹੱਲ ਆਏਗਾ। ਇੱਕ ਵਾਰੀ ਫਿਰ ਦੇਖ ਲਓ, ਡਿਸਪਲੇਸਮੈਂਟ ਜਿਹੜੀ ਹੈ ਮੀਨ ਪੋਜੀਸ਼ਨ ਦੇ ਡਾਇਰੈਕਟਲੀ, ਜਿਹੜੀ ਡਿਸਪਲੇਸਮੈਂਟ ਦੇ ਡਾਇਰੈਕਟਲੀ ਹੋਵੇ ਰੀਸਟੋਰਿੰਗ ਫੋਰਸ, ਤੇ ਨਾਲ ਬੇਟਾ ਉਹਦੇ ਆਪੋਜਿਟ ਹੋਣੀ ਚਾਹੀਦੀ ਹੈ। ਨਾਓ ਵੀ ਨੋ ਦੈਟ ਇਲੈਕਟ੍ਰਿਕ ਫੀਲਡ ਬੇਟਾ ਜਿਹੜਾ ਚਾਰਜਡ ਰਿੰਗ ਹੈ ਉਹਦਾ ਇਲੈਕਟ੍ਰਿਕ ਫੀਲਡ ਐਕਸਿਸ ਉੱਪਰ ਬੇਟਾ ਇਹ ਤੁਸੀਂ ਪ੍ਰੂਵ ਕੀਤਾ ਹੈ 1/4πε0 ਬੇਟਾ ਉਹ ਜਿਹੜਾ ਟੋਟਲ ਚਾਰਜ ਹੈ Q, ਤੇ ਬੇਟਾ ਇੱਥੇ ਡਿਸਟੈਂਸ ਅਸੀਂ ਲਿਖਦੇ ਹੁੰਦੇ ਆ x ਜਾਂ r। ਇੱਥੇ ਸਾਨੂੰ ਡਿਸਟੈਂਸ ਬੇਟਾ ਦਿੱਤਾ ਹੈ ਉਹਨੇ, ਉਸ ਪੁਆਇੰਟ ਦਾ ਬੇਟਾ ਹੈਗਾ Z0। ਇੱਥੇ ਬੇਟਾ ਮੈਂ ਡਾਇਗਰਾਮ ਜਿਹੜੀ ਹੈ ਸਾਈਡ ਤੇ ਬਣਾ ਦਿੰਦਾ ਕਿ ਸਾਡੇ ਕੋਲ ਆ ਸੀਗਾ ਉਹ ਰਿੰਗ, ਆ ਬੇਟਾ ਸੈਂਟਰ ਹੈ, ਆ Z ਐਕਸਿਸ ਹੈ, ਤੇ ਸਾਰਾ ਇਲੈਕਟ੍ਰਿਕ ਫੀਲਡ ਬੇਟਾ Z ਐਕਸਿਸ ਦੇ ਅਲੋਂਗ ਹੋਏਗਾ। ਇੱਥੇ ਇੱਕ ਪੁਆਇੰਟ ਹੈਗਾ ਬੇਟਾ P, ਜਿਹਦਾ ਡਿਸਟੈਂਸ ਬੇਟਾ ਸੈਂਟਰ ਤੋਂ ਸਾਡੇ ਕੋਲ ਗਿਵਨ ਹੈ ਬੇਟਾ Z0, ਤੇ ਬੇਟਾ ਜਿਹੜਾ R ਕੈਪੀਟਲ ਹੈ ਉਹਦਾ ਰਿੰਗ ਦਾ ਰੇਡੀਅਸ ਹੈਗਾ। ਬੇਟਾ ਵੈਕਟਰ ਫਾਰਮ ਦੇ ਵਿੱਚ ਬੇਟਾ ਅਸੀਂ K ਕੈਪ ਕਿਉਂ ਲਗਾਇਆ? ਕਿਉਂਕਿ ਇਲੈਕਟ੍ਰਿਕ ਫੀਲਡ ਬੇਟਾ ਸਾਡਾ Z ਐਕਸਿਸ ਦੇ ਅਲੋਂਗ ਹੈ, ਤੇ ਬੇਟਾ Z ਐਕਸਿਸ ਦੇ ਅਲੋਂਗ ਜਿਹੜਾ ਸਾਡਾ ਯੂਨਿਟ ਵੈਕਟਰ ਹੁੰਦਾ ਬੇਟਾ ਉਹ K ਕੈਪ ਹੈ। ਹਾਂਜੀ ਕਲੀਅਰ। ਨੋ ਬੇਟਾ ਜਿਹੜੀ ਹੈ -Q ਚਾਰਜ ਬੇਟਾ ਜਿਹੜਾ P ਤੇ ਪਿਆ ਹੈ ਬੇਟਾ ਇਹਦੇ ਉੱਪਰ ਲੱਗੇਗੀ ਫੋਰਸ, ਤੇ ਫੋਰਸ ਦਾ ਬੇਟਾ ਫਾਰਮੂਲਾ ਸਾਨੂੰ ਪਤਾ ਹੈ -QE। ਹਾਂਜੀ ਬੇਟਾ ਕਲੀਅਰ। ਫੋਰਸ ਸਾਡੇ ਕੋਲ ਲੱਗੇਗੀ -QE, ਤੇ ਬੇਟਾ ਅਸੀਂ ਵੈਲਿਊ ਭਰ ਦਿੰਦੇ ਹਾਂ। ਸਾਡੇ ਕੋਲ ਆ ਗਿਆ 1/4πε0 ਮਾਈਨਸ ਆ ਗਿਆ, ਸਾਡੇ ਕੋਲ ਕੈਪੀਟਲ Q, ਦੂਸਰੇ ਪਾਸੇ ਆ ਗਿਆ ਸਾਡੇ ਕੋਲ ਬੇਟਾ ਸਮਾਲ q, ਨਾਲ ਆ ਗਿਆ ਬੇਟਾ ਸਾਡੇ ਕੋਲ Z0 K ਕੈਪ ਡਿਵਾਈਡਡ ਬਾਈ ਬੇਟਾ R ਸਕੇਅਰ ਪਲੱਸ Z0 ਦਾ ਸਕੇਅਰ ਰੇਸ ਟੂ ਪਾਵਰ 3/2। ਤੇ ਬੇਟਾ ਇਹ ਜਿਹੜੀ ਫੋਰਸ ਹੈ ਮਾਈਨਸ ਆਉਣ ਦਾ ਮਤਲਬ ਹੈ ਜੇ ਇਲੈਕਟ੍ਰਿਕ ਫੀਲਡ ਪੋਜ਼ਿਟਿਵ Z ਵਾਲੇ ਪਾਸੇ ਹੈ, ਤੇ ਬੇਟਾ ਜਿਹੜੀ ਆ ਫੋਰਸ ਲੱਗੇਗੀ ਸਾਡੇ ਕੋਲ ਨੈਗੇਟਿਵ Z ਵਾਲੇ ਪਾਸੇ ਲੱਗੇਗੀ ਬੇਟਾ, ਮਾਈਨਸ Z ਐਕਸਿਸ, ਨੈਗੇਟਿਵ Z ਐਕਸਿਸ ਵਾਲੇ ਪਾਸੇ ਨੀਚੇ ਬੇਟਾ ਇਹ ਫੋਰਸ ਲੱਗੇਗੀ ਨੈਗੇਟਿਵ Z ਐਕਸਿਸ। ਹਾਂਜੀ ਕਲੀਅਰ। ਇਹਦਾ ਮਤਲਬ ਚਾਰਜ ਪਾਰਟੀਕਲ ਬੇਟਾ ਇੱਥੋਂ ਨੀਚੇ ਆਏਗਾ, ਇਲੈਕਟ੍ਰਿਕ ਫੀਲਡ ਉੱਪਰ, ਚਾਰਜ ਪਾਰਟੀਕਲ ਬੇਟਾ ਇੱਕਦਮ ਨੀਚੇ ਆਏਗਾ। ਇਸ ਫੋਰਸ ਕਰਕੇ ਚਾਰਜ ਪਾਰਟੀਕਲ ਬੇਟਾ ਉਹਦੀ ਵੈਲੋਸਿਟੀ ਵਧੇਗੀ, ਪਰ ਬੇਟਾ ਉਹ ਪੁਆਇੰਟ ਤੇ ਜਾ ਕੇ ਬੇਟਾ ਉਹ ਰੁਕੇਗਾ ਨਹੀਂ, ਕਿਉਂਕਿ ਡਿਊ ਟੂ ਇਨਰਸ਼ੀਆ ਆਫ ਮੋਸ਼ਨ ਜਿਹੜਾ ਹੈ ਉਹ ਬੇਟਾ ਇਸ ਪੁਆਇੰਟ ਨੂੰ ਜਿਹੜਾ ਹੈਗਾ ਕ੍ਰਾਸ ਕਰ ਜਾਏਗਾ ਬੇਟਾ। ਇਸ ਤੋਂ ਬੇਟਾ ਉਹ ਨੀਚੇ ਚਲਾ ਜਾਏਗਾ। ਹਾਂਜੀ ਬੇਟਾ ਕਲੀਅਰ। ਜਦੋਂ ਚਾਰਜ ਪਾਰਟੀਕਲ ਬੇਟਾ ਨੀਚੇ ਜਾਏਗਾ, ਹਾਂਜੀ ਬੇਟਾ ਕਲੀਅਰ ਹੈ, ਤੇ ਨੀਚੇ ਵੀ ਬੇਟਾ ਇਲੈਕਟ੍ਰਿਕ ਫੀਲਡ ਹੈ, ਕਿਉਂਕਿ ਇਲੈਕਟ੍ਰਿਕ ਫੀਲਡ ਬੇਟਾ ਰਿੰਗ ਦਾ ਹਮੇਸ਼ਾ ਐਕਸਿਸ ਦੇ ਅਲੋਂਗ ਹੈ, ਤੇ ਜਦੋਂ ਚਾਰਜ ਪਾਰਟੀਕਲ ਨੀਚੇ ਜਾਏਗਾ ਬੇਟਾ ਉਸ ਤੋਂ ਬਾਅਦ ਇਲੈਕਟ੍ਰਿਕ ਫੀਲਡ ਇੱਧਰਲੇ ਸਾਈਡ ਤੇ ਵੀ ਹੈ, ਤੇ ਬੇਟਾ ਇਸ ਇਲੈਕਟ੍ਰਿਕ ਫੀਲਡ ਦੇ ਬਿਲਕੁਲ ਅਗੇਂਸਟ ਬੇਟਾ ਇਹਦੇ ਉੱਪਰ ਫਿਰ ਦੁਬਾਰਾ ਕੀ ਲੱਗੇਗੀ, ਫੋਰਸ ਲੱਗੇਗੀ। ਹੁਣ ਬੇਟਾ ਫੋਰਸ ਉੱਪਰ ਨੂੰ ਲੱਗੇਗੀ।
ਹਾਂਜੀ ਬੇਟਾ ਕਲੀਅਰ ਹੋ ਰਿਹਾ। ਚਾਰਜ ਜਿਹੜਾ ਰਿੰਗ ਹੈ ਬੇਟਾ ਉਹਦਾ ਇਲੈਕਟ੍ਰਿਕ ਫੀਲਡ ਬੇਟਾ ਤੁਸੀਂ ਭਾਵੇਂ ਇਸ ਸਾਈਡ ਤੇ ਕੱਢ ਲਓ ਭਾਵੇਂ ਬੇਟਾ ਇਸ ਸਾਈਡ ਤੇ ਕੱਢ ਲਓ। ਇਹਦਾ ਮਤਲਬ ਦੋਨੋਂ ਉੱਪਰ ਹੈ ਤੇ ਚਾਰਜ ਪਾਰਟਿਕਲ ਨੀਚੇ ਆਏਗਾ, ਜੇ ਇਲੈਕਟ੍ਰਿਕ ਫੀਲਡ ਨੀਚੇ ਹੈ ਤੇ ਚਾਰਜ ਪਾਰਟਿਕਲ ਉੱਪਰ ਜਾਏਗਾ। ਇਹਦਾ ਮਤਲਬ ਬੇਟਾ ਮੀਨ ਪੋਜੀਸ਼ਨ ਦੇ ਦੁਆਲੇ ਬੇਟਾ ਇਹ ਮੂਵ ਕਰੇਗਾ। ਹਾਂਜੀ ਬੇਟਾ ਕਲੀਅਰ। ਇਫ ਬੇਟਾ ਅਸੀਂ ਮੰਨ ਲੈਂਦੇ ਹਾਂ ਕਿ ਜ਼ੈਡ ਨੋਟ ਡਿਸਟੈਂਸ ਬਹੁਤ ਘੱਟ ਹੈ ਸਾਡੇ ਕੋਲ ਰੇਡੀਅਸ ਨਾਲੋਂ, ਬਹੁਤਾ ਅਸੀਂ ਬੇਟਾ ਦੂਰ ਨਹੀਂ ਗਏ, ਲਾਗੇ ਹੀ ਹਾਂ, ਤੇ ਬੇਟਾ ਅਸੀਂ ਜ਼ੈਡ ਨੋਟ ਨੂੰ ਨਗਲੈਕਟ ਕਰ ਦਿੰਦੇ ਹਾਂ। ਸਾਡੇ ਕੋਲ ਬੇਟਾ ਜਿਹੜੀ ਹੈ ਫੋਰਸ ਆਏਗੀ -1/4 ਪਾਈ ਐਪਸਾਈਲੋਨ ਨੋਟ। ਬੇਟਾ ਸਾਡੇ ਕੋਲ ਆ ਫੋਰਸ ਆ ਗਈ, ਜ਼ੈਡ ਨੋਟ ਵਿੱਚ ਅਸੀਂ ਨਗਲੈਕਟ ਕਰ ਦਿੱਤਾ। ਹਾਂਜੀ ਬੇਟਾ ਕਲੀਅਰ। ਉਸ ਤੋਂ ਬਾਅਦ ਬੇਟਾ ਦੇਖੋ ਧਿਆਨ ਨਾਲ, ਹੁਣ ਜਿਹੜੀ ਇਹ ਫੋਰਸ ਹੈ ਉਹ ਬੇਟਾ ਬਿਲਕੁਲ ਸਾਡੇ ਕੋਲ ਪ੍ਰਪੋਰਸ਼ਨਲ ਆ ਗਈ, ਬਿਕੋਜ਼ 1/4 ਪਾਈ ਐਪਸਾਈਲੋਨ ਨੋਟ ਕੌਂਸਟੈਂਟ, ਬੇਟਾ ਚਾਰਜ ਆ ਵੀ ਕੌਂਸਟੈਂਟ ਹੈ, ਆ ਵੀ ਕੌਂਸਟੈਂਟ ਹੈ, ਤੇ ਬੇਟਾ ਸਾਡੇ ਕੋਲ ਰੇਡੀਅਸ ਵੀ ਕੌਂਸਟੈਂਟ ਹੈ। ਇਹਦਾ ਮਤਲਬ ਜਿਹੜੀ ਹੈ ਫੋਰਸ ਹੈ ਬੇਟਾ ਮਾਈਨਸ ਵੀ ਆ ਗਿਆ, ਤੇ ਬੇਟਾ ਸਾਡੇ ਕੋਲ ਆ ਗਿਆ ਜ਼ੈਡ ਨੋਟ ਕੇ ਕੈਪ। ਇਹਦਾ ਮਤਲਬ ਜਿਹੜੀ ਆ ਫੋਰਸ ਹੈ ਜ਼ੈਡ ਨੋਟ ਦੇ ਬੇਟਾ ਡਾਇਰੈਕਟਲੀ ਹੈ। This force is directly proportional to displacement from mean position and ਬੇਟਾ ਜਿਹੜਾ ਨੈਗੇਟਿਵ ਸਾਈਨ ਹੈ ਸ਼ੋ ਕਰਦਾ ਹੈ ਕਿ ਜੇਕਰ ਤੁਹਾਡੇ ਕੋਲ ਬੇਟਾ ਡਿਸਪਲੇਸਮੈਂਟ ਤੁਸੀਂ ਮੀਨ ਪੋਜੀਸ਼ਨ ਤੋਂ ਉੱਪਰ ਨੂੰ ਜਾਂਦੇ ਜੇ ਬੇਟਾ ਡਿਸਪਲੇਸਮੈਂਟ ਹੈ ਮੀਨ ਪੋਜੀਸ਼ਨ ਤੋਂ, ਪਰ ਫੋਰਸ ਬੇਟਾ ਟੁਵਾਰਡਸ ਮੀਨ ਪੋਜੀਸ਼ਨ ਹੈ। ਇਹਦਾ ਮਤਲਬ ਜਿਹੜੀ ਹੈ ਸਾਡੇ ਕੋਲ ਇਹ ਵਾਲਾ ਜਿਹੜਾ ਫਾਰਮੂਲਾ ਹੈ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਬੇਟਾ ਓਬੇ ਕਰਦਾ ਹੈ। ਆਓ ਬੇਟਾ ਇਹਦਾ ਆਨਸਰ ਅਸੀਂ ਚੈੱਕ ਕਰਦੇ ਹਾਂ ਕਿ ਕਿਹੜਾ ਹੋਏਗਾ। ਬੇਟਾ ਇਹਦਾ ਆਨਸਰ ਇਹ ਆਏਗਾ ਅਪਰੋਕਸੀਮੇਟਲੀ ਸਿੰਪਲ ਹਾਰਮੋਨਿਕ ਮੋਸ਼ਨ ਪ੍ਰੋਵਾਈਡਡ ਜ਼ੈਡ ਨੋਟ ਇਜ਼ ਲੈਸ ਦੈਨ ਆਰ। ਬੇਟਾ ਇਹੀ ਅਸੀਂ ਕੇਸ ਕੀਤਾ ਸੀ ਤਦੇ ਸਾਡਾ ਰਿਜ਼ਲਟ ਬਣਿਆ। ਤੇ ਬੇਟਾ ਜਿਹੜੀ ਸਿੰਪਲ ਹਾਰਮੋਨਿਕ ਮੋਸ਼ਨ ਹੁੰਦੀ ਹੈ ਉਹਦੀ ਸੈਕੰਡ ਕੰਡੀਸ਼ਨ ਹੁੰਦੀ ਹੈ ਬੇਟਾ ਕਿ ਉਹ ਪੀਰੀਓਡਿਕ ਵੀ ਹੁੰਦੀ ਹੈ। ਇਹਦਾ ਮਤਲਬ ਸਾਡੇ ਕੋਲ ਕਰੈਕਟ ਆਪਸ਼ਨ ਆਏਗਾ ਬੇਟਾ ਏ, ਤੇ ਇੱਕ ਬੇਟਾ ਆਪਸ਼ਨ ਆਏਗਾ ਸਾਡੇ ਕੋਲ ਸੀ। ਹਾਂਜੀ ਬੇਟਾ ਕਲੀਅਰ। ਡੀ ਆਪਸ਼ਨ ਬੇਟਾ ਵੈਸੇ ਗਲਤ ਹੋ ਗਿਆ ਕਿਉਂਕਿ ਪੀ ਤੋਂ ਬੇਟਾ ਕਹਿੰਦਾ ਉਹ ਕ੍ਰੋਸ ਪੀ ਪੁਆਇੰਟ ਤੋਂ ਬਾਅਦ ਉਹ ਨੂੰ ਕ੍ਰੋਸ ਕਰੇਗਾ ਤੇ ਬੇਟਾ ਥੱਲੇ ਹੀ ਜਾਂਦਾ ਜਾਏਗਾ। ਉਹ ਬੇਟਾ ਤੁਹਾਨੂੰ ਮੈਂ ਸਮਝਾਇਆ ਕਿ ਜਿਉਂ ਥੱਲੇ ਆਏਗਾ ਇਲੈਕਟ੍ਰਿਕ ਫੀਲਡ ਕਰਕੇ ਫੋਰਸ ਫਿਰ ਉੱਪਰ ਨੂੰ ਆਏਗੀ। ਇਹ ਹਮੇਸ਼ਾ ਮੋਸ਼ਨ ਟੁਵਾਰਡਸ ਮੀਨ ਪੋਜੀਸ਼ਨ ਹੈ, ਇਹਦਾ ਮਤਲਬ ਸਿੰਪਲ ਹਾਰਮੋਨਿਕ ਹੈ। ਹਾਂਜੀ ਬੇਟਾ ਕਲੀਅਰ। ਤੇ ਬੇਟਾ ਇਸ ਤੋਂ ਬਾਅਦ ਜਿਹੜੀ ਹੈ ਨੈਕਸਟ ਪ੍ਰੋਬਲਮ ਜਿਹੜੀ ਹੈ ਉਹ ਅਸੀਂ ਨੈਕਸਟ ਲੈਕਚਰ ਵਿੱਚ ਬੇਟਾ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।